ਮੇਰੇ ਪਿੱਛੇ ਜਿਹੜਾ ਇੱਕ ਟਰੱਕ ਖੜਾ ਉਹਨੂੰ ਦੇਖ ਕੇ ਇੱਕ ਵਾਰੀ ਭੁਲੇਖਾ ਪੈਂਦਾ ਹੈ ਕਿ ਅਸੀਂ ਕਿਸੇ ਵਿਦੇਸ਼ ਦੇ ਵਿੱਚ ਕਿਸੇ ਫੂਡ ਟਰੱਕ ਦੇ ਸਾਹਮਣੇ ਖੜੇ ਆ। ਇਹ ਐਕਚੁਅਲੀ ਹੋਇਆ ਇਦਾਂ ਕਿ ਸਾਡਾ ਖੇਤੀਬਾੜੀ ਦਾ ਕੰਮ ਤਾਂ ਜੱਦੀ ਪੁਸ਼ਤੀ ਚੱਲ ਹੀ ਰਿਹਾ ਸੀਗਾ। ਸੋ ਜਿਹੜੇ ਆਲੇ ਦੁਆਲੇ ਦਾ ਸੀਗਾ ਸਾਡੇ ਲੋਕ ਉਹ ਸਾਡੇ ਕੋਲ ਸਬਜ਼ੀਆਂ ਲੈਣ ਲਈ ਆਉਣ ਲੱਗੇ। ਅਸੀਂ ਛੋਟਾ ਸਟਾਲ ਲਾ ਲਿਆ ਸੀ ਘਰ ਦੇ ਬਾਹਰ। ਉਹ ਹੌਲੀ ਹੌਲੀ ਜਿਵੇਂ ਸਾਨੂੰ ਪਤਾ ਲੱਗਾ ਕਿ ਪੂਰੇ ਪਟਿਆਲੇ ਵਿੱਚੋਂ ਲੋਕ ਸਾਡੇ ਕੋਲ ਆਉਣ ਲੱਗੇ ਵੀ ਕਾਫੀ ਦੂਰੋਂ 12-12 ਕਿਲੋਮੀਟਰ ਤੋਂ ਲੋਕ ਸਾਡੇ ਕੋਲ ਆ ਰਹੇ ਸੀ। ਸੋ ਫਿਰ ਅਸੀਂ ਇਹ ਪਲਾਨ ਬਣਾਇਆ ਵੀ ਅਸੀਂ ਲੋਕਾਂ ਦੇ ਕੋਲ ਹੀ ਜਾਈਏ ਤਾਂ ਉਹ ਬੈਟਰ ਆਪਸ਼ਨ ਰਹੇਗਾ। ਗੰਡੋਏ ਦੀ ਖਾਦ ਹੁੰਦੀ ਹੈ, ਜੀਵਾ ਅੰਮ੍ਰਿਤ ਹੁੰਦਾ ਹੈ, ਗੋਬਰ ਗੈਸ ਤੋਂ ਆਪਾਂ ਤਿਆਰ ਕਰਦੇ ਹਾਂ, ਦੇਸੀ ਖਲਾਂ ਤੋਂ ਆਪਾਂ ਜਿਹੜੀ ਖਾਦ ਤਿਆਰ ਕਰਦੇ ਹਾਂ ਉਹ ਕਰਕੇ ਫਿਰ ਅਸੀਂ ਸਾਰੀਆਂ ਸਬਜ਼ੀਆਂ ਆਪ ਉਗਾਉਂਦੇ ਹਾਂ। ਤੇ ਜਿੰਨੀਆਂ ਵੀ ਸਬਜ਼ੀਆਂ ਤੁਸੀਂ ਇਹ ਟਰੱਕ ਤੇ ਦੇਖੋਗੇ ਸਾਡੇ ਆਪਣੇ ਫਾਰਮ ਦੀਆਂ ਨੇ। ਆਰਗੈਨਿਕ ਖੇਤੀ ਦੀ ਜੇ ਗੱਲ ਕਰੀਏ ਤੇ ਆਰਗੈਨਿਕ ਜਿਹੜੀਆਂ ਸਬਜ਼ੀਆਂ ਉਹਨਾਂ ਦੇ ਰੇਟਸ ਦੇ ਵਿੱਚ ਫਰਕ ਹੁੰਦਾ ਕੁਝ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਔਨ ਏਅਰ ਤੇ ਮੈਂ ਹਾਂ ਰਮਨ ਧੂਰ। ਮੇਰੇ ਪਿੱਛੇ ਜਿਹੜਾ ਇੱਕ ਟਰੱਕ ਖੜਾ ਉਹਨੂੰ ਦੇਖ ਕੇ ਇੱਕ ਵਾਰੀ ਭੁਲੇਖਾ ਪੈਂਦਾ ਹੈ ਕਿ ਅਸੀਂ ਕਿਸੇ ਵਿਦੇਸ਼ ਦੇ ਵਿੱਚ ਕਿਸੇ ਫੂਡ ਟਰੱਕ ਦੇ ਸਾਹਮਣੇ ਖੜੇ ਆ। ਪਰ ਇਹ ਆਈਡੀਆ ਤਾਂ ਵਿਦੇਸ਼ਾਂ ਦੇ ਵਿੱਚ ਦੇਖਣ ਨੂੰ ਵੀ ਨਹੀਂ ਮਿਲਦਾ। ਤੁਸੀਂ ਦੇਖ ਸਕਦੇ ਹੋ ਕਿ ਸਬਜ਼ੀਆਂ ਲੱਗੀਆਂ ਹੋਈਆਂ ਔਰ ਇਹ ਰੈਕਸ ਦੇ ਵਿੱਚ ਜਿਹੜੀਆਂ ਸਬਜ਼ੀਆਂ ਲੱਗੀਆਂ ਹੋਈਆਂ ਇਹਨਾਂ ਦੀ ਖਾਸੀਅਤ ਇਹ ਹੈ ਕਿ ਇਹ ਆਰਗੈਨਿਕ ਸਬਜ਼ੀਆਂ ਹੈਗੀਆਂ। ਇਸ ਵੇਲੇ ਜਿੱਥੇ ਪੂਰੇ ਦਾ ਪੂਰਾ ਭਾਰਤ ਹੀ ਪੀੜਤ ਆ ਕਿ ਕੈਮੀਕਲਸ ਦੇ ਨਾਲ ਖੇਤੀ ਹੁੰਦੀ ਆ ਤੇ ਜਿਹੜੀਆਂ ਸਬਜ਼ੀਆਂ ਜਾਂ ਫਰੂਟਸ ਲੋਕ ਖਾਂਦੇ ਆ ਉਹ ਖਾਣ ਦੇ ਬਾਵਜੂਦ ਵੀ ਸਿਹਤ ਤੇ ਉਹਨਾਂ ਚੰਗਾ ਅਸਰ ਨਹੀਂ ਪੈਂਦਾ ਜਿੰਨਾ ਚੰਗਾ ਅਸਰ ਪੈਣਾ ਚਾਹੀਦਾ। ਤੇ ਇਹ ਆਈਡੀਆ ਜੇ ਖਾਸ ਧਿਆਨ ਦਈਏ ਤੇ ਇਹ ਆਈਡੀਆ ਪੰਜਾਬ ਦੇ ਦੇਸੀ ਕਿਸਾਨਾਂ ਦਾ ਹੈ, ਫਾਰਮਰਸ ਦਾ ਹੈ ਕਿ ਇਸ ਤਰੀਕੇ ਦੇ ਨਾਲ ਵੀ ਜਦੋਂ ਸਰਕਾਰਾਂ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਪੰਜਾਬ ਦੀ ਖੇਤੀ ਨੂੰ ਔਰ ਪੰਜਾਬ ਦੇ ਕਿਸਾਨਾਂ ਨੂੰ, ਤੇ ਉੱਥੇ ਬਹੁਤ ਸੋਹਣੇ ਆਈਡੀਆ ਨਿਕਲ ਕੇ ਆ ਰਹੇ। ਔਰ ਇਹ ਆਈਡੀਆ ਦੇਣ ਵਾਲੇ ਹੋਰ ਵੀ ਖਾਸੀਅਤ ਹੈਗੀ ਹੈ ਕਿ ਨੌਜਵਾਨ ਨੇ WJ ਦਾ ਜਿਹੜਾ ਇਹ ਹੈਗਾ ਬ੍ਰਾਂਡ ਆ ਔਰ ਦੇਸੀ ਕਿਸਾਨਾਂ ਨੇ ਇਹ ਫੂਡ ਟਰੱਕ ਜਿਹੜਾ ਆਈਡੀਆ ਲੈ ਕੇ ਆਇਆ। ਫੂਡ ਟਰੱਕ ਦੇ ਨਾਮ ਤੇ ਵੈਜੀਟੇਬਲਸ ਜਿਹੜੀਆਂ ਹੈਗੀਆਂ, ਫਰੂਟ ਆ, ਸਬਜ਼ੀਆਂ ਹੈਗੀਆਂ ਔਰ ਡਾਈਟ ਦੇ ਨਾਲ ਰਿਲੇਟਡ ਜਿਹੜੀਆਂ ਕੁਝ ਇਹਨਾਂ ਨੇ ਜਿਹੜੀ ਇੰਗਲਿਸ਼ ਬ੍ਰਾਂਡ ਵੀ ਰੱਖੇ ਹੋਏ ਆ। ਜਿਹੜੀ ਲੋਕ ਡਾਈਟ ਨੂੰ ਫੋਲੋ ਕਰਦੇ ਆ ਔਰ ਕੁਝ ਚੰਗਾ ਖਾਣਾ ਪਸੰਦ ਕਰਦੇ ਆ ਉਹਨਾਂ ਦੀ ਪਸੰਦ ਦੀ ਹਰ ਇੱਕ ਚੀਜ਼ ਜਿਹੜੀ ਆ ਇੱਥੇ ਮਿਲੂਗੀ। ਫੂਡ ਟਰੱਕ ਦੇ ਅੰਦਰ ਦੇ ਦਰਸ਼ਨ ਵੀ ਤੁਹਾਨੂੰ ਕਰਵਾਉਣੇ ਆ, ਪਰ ਉਸ ਤੋਂ ਪਹਿਲਾਂ ਇਹ ਆਈਡੀਆ ਜਨਰੇਟ ਕਰਨ ਵਾਲੇ ਦੋ ਨੌਜਵਾਨਾਂ ਨੂੰ ਮਿਲਦੇ ਆ ਜਿਨ੍ਹਾਂ ਦੇ ਆਈਡੀਆ ਔਰ ਜਿਹੜੇ ਇਸ ਆਈਡੀਆ ਦੇ ਨਾਲ ਪਟਿਆਲੇ ਦੀ ਸੜਕ ਦੇ ਉੱਤੇ ਇੱਕ ਲੁੱਕ ਜਦੋਂ ਇੱਧਰ ਜਾਂਦੀ ਹੈ ਤੇ ਧਿਆਨ ਜਾਂਦਾ ਕਿ ਕੈਨੇਡਾ ਦੀ ਸੜਕ ਨਹੀਂ ਹੈ, ਇਹ ਪੰਜਾਬ ਦੀ ਸੜਕ ਔਰ ਪਟਿਆਲੇ ਦੀ ਸੜਕ ਆ ਤੇ ਇਹਦੇ ਉੱਤੇ ਵੈਜੀਟੇਬਲ ਦਾ ਟਰੱਕ ਆ ਜਿਹੜੀਆਂ ਆਰਗੈਨਿਕ ਸਬਜ਼ੀਆਂ ਨੇ। ਸਤਿ ਸ਼੍ਰੀ ਅਕਾਲ ਜੀ। ਆਪਣਾ ਨਾਮ ਦੱਸ। ਰਾਜਦੀਪ ਸਿੰਘ ਚੌਹਾਨ। ਗੁਰਦੀਪ ਸਿੰਘ। ਇਹ ਬਹੁਤ ਪਿਆਰਾ ਆਈਡੀਆ। ਆਮ ਤੌਰ ਤੇ ਫੂਡ ਟਰੱਕ ਦੇਖਣ ਨੂੰ ਮਿਲਦੇ ਆ ਤੇ ਮੇਰੀ ਗੱਲ ਕਰਦੇ ਹੋਏ ਬਾਰ-ਬਾਰ ਮੂੰਹ ਚੋਂ ਫੂਡ ਟਰੱਕ ਨਿਕਲ ਰਿਹਾ ਕਿਉਂਕਿ ਫੂਡ ਟਰੱਕ ਦੇਖਦੇ ਆ। ਵੈਜੀਟੇਬਲਸ ਦਾ ਟਰੱਕ, ਇਹ ਆਈਡੀਆ ਕਿਹਦਾ ਸੀ? ਇਹ ਐਕਚੁਅਲੀ ਹੋਇਆ ਇਦਾਂ ਕਿ ਸਾਡਾ ਜਿਵੇਂ ਲਾਕਡਾਊਨ ਲੱਗ ਗਿਆ, ਠੀਕ ਹੈ, ਸਾਰੀ ਦੁਨੀਆ ਇੱਕ ਵਾਰੀ ਰੁਕ ਗਈ ਸੀਗੀ ਤੇ ਸਾਡਾ ਖੇਤੀਬਾੜੀ ਦਾ ਕੰਮ ਤਾਂ ਜੱਦੀ ਪੁਸ਼ਤੀ ਚੱਲ ਹੀ ਰਿਹਾ ਸੀਗਾ। ਸੋ ਜਿਹੜੇ ਆਲੇ ਦੁਆਲੇ ਦਾ ਸੀਗਾ ਸਾਡੇ ਲੋਕ ਉਹ ਸਾਡੇ ਕੋਲ ਸਬਜ਼ੀਆਂ ਲੈਣ ਲਈ ਆਉਣ ਲੱਗੇ। ਅਸੀਂ ਛੋਟਾ ਸਟਾਲ ਲਾ ਲਿਆ ਸੀ ਘਰ ਦੇ ਬਾਹਰ ਵੀ ਚਲੋ ਜਿਵੇਂ ਮੰਡੀ ਵੈਸੇ ਨਹੀਂ ਜਾ ਰਹੇ ਸੀਗੇ ਤੇ ਚਲੋ ਆਲੇ ਦੁਆਲੇ ਲੋਕਾਂ ਨੂੰ ਅਸੀਂ ਥੋੜਾ ਮਤਲਬ ਨਸ਼ਾ ਮੁਕਤ ਕਹਿ ਲਓ ਜਾਂ ਸਬਜ਼ੀ ਜਿਹੜਾ ਸਪਰੇ ਮੁਕਤ ਸਬਜ਼ੀ ਅਸੀਂ ਦੇ ਦਈਏ। ਉਹ ਹੌਲੀ ਹੌਲੀ ਜਿਵੇਂ ਸਾਨੂੰ ਪਤਾ ਲੱਗਾ ਕਿ ਪੂਰੇ ਪਟਿਆਲੇ ਵਿੱਚੋਂ ਲੋਕ ਸਾਡੇ ਕੋਲ ਆਉਣ ਲੱਗੇ ਵੀ ਕਾਫੀ ਦੂਰੋਂ 12-12 ਕਿਲੋਮੀਟਰ ਤੋਂ ਲੋਕ ਸਾਡੇ ਕੋਲ ਆ ਰਹੇ ਸੀ। ਸੋ ਫਿਰ ਅਸੀਂ ਇਹ ਪਲਾਨ ਬਣਾਇਆ ਵੀ ਅਸੀਂ ਲੋਕਾਂ ਦੇ ਕੋਲ ਹੀ ਜਾਈਏ ਤਾਂ ਉਹ ਬੈਟਰ ਆਪਸ਼ਨ ਰਹੇਗਾ। ਵੀ ਅਸੀਂ ਫਿਰ ਇੱਕ ਟਰੱਕ ਦਾ ਸਾਡੇ ਕੋਲ ਇੱਕ ਸੀਗਾ ਟਰੱਕ ਤਾਂ ਅਸੀਂ ਇਹਨੂੰ ਇੱਕ ਰੈਨੋਵੇਟ ਕਰਕੇ ਤੁਸੀਂ ਕਹ ਲਓ ਤਿਆਰ ਕਰਕੇ ਅਸੀਂ ਫਿਰ ਇਹਨੂੰ ਇੱਥੇ ਖੜਾ ਕਰਕੇ ਇੱਦਾਂ ਇੱਕ ਆਈਡੀਆ ਜਨਰੇਟ ਹੋਇਆ ਸਾਡੇ ਜਿਵੇਂ ਲਾਕਡਾਊਨ ਦੇ ਵਿੱਚ। ਇਹਦੇ ਵਿੱਚ ਮੌਜੂਦ ਜਿੰਨੀਆਂ ਵੀ ਚੀਜ਼ਾਂ ਹੈਗੀਆਂ ਇਹ ਸਾਰੀਆਂ ਤੁਹਾਡੇ ਖੇਤ ਦੀਆਂ ਜਾਂ ਕੁਝ ਚੀਜ਼ਾਂ ਬਾਹਰੋਂ ਵੀ ਜਿਹੜੀਆਂ ਮੰਗਾਈਆਂ ਜੀ? ਇਹਦੇ 'ਚ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਸਬਜ਼ੀਆਂ ਨੇ ਜੀ ਉਹ ਤਾਂ ਕੁੱਲ ਆਪਣੇ ਖੇਤ ਦੀਆਂ ਨੇ। ਅਸੀਂ ਬਿਲਕੁਲ ਜ਼ਹਿਰ ਮੁਕਤ ਖੇਤੀ ਅਸੀਂ ਕਰਦੇ ਹਾਂ। ਇੱਕ ਜਿਵੇਂ ਆਪਾਂ ਆਰਗੈਨਿਕ ਕਹਿੰਦੇ ਆ, ਅਸੀਂ ਆਰਗੈਨਿਕ ਵੱਲ ਹੀ ਜਾ ਰਹੇ ਹਾਂ। ਆਰਗੈਨਿਕ ਦਾ ਜਿਵੇਂ ਇੱਕ ਪ੍ਰੋਸੈਸ ਹੁੰਦਾ ਸਰਟੀਫਿਕੇਸ਼ਨ ਦਾ, ਅਸੀਂ ਉਹਦੇ ਵੱਲ ਹੀ ਜਾ ਰਹੇ ਹਾਂ। ਅਸੀਂ ਖਾਦਾਂ ਵੀ ਸਾਰੀਆਂ ਆਪ ਤਿਆਰ ਕਰਦੇ ਹਾਂ। ਜਿਵੇਂ ਗੰਡੋਏ ਦੀ ਖਾਦ ਹੁੰਦੀ ਹੈ, ਜੀਵਾ ਅੰਮ੍ਰਿਤ ਹੁੰਦਾ ਹੈ, ਗੋਬਰ ਗੈਸ ਤੋਂ ਆਪਾਂ ਤਿਆਰ ਕਰਦੇ ਹਾਂ, ਦੇਸੀ ਖਲਾਂ ਤੋਂ ਆਪਾਂ ਜਿਹੜੀ ਖਾਦ ਤਿਆਰ ਕਰਦੇ ਹਾਂ ਉਹ ਕਰਕੇ ਫਿਰ ਅਸੀਂ ਸਾਰੀਆਂ ਸਬਜ਼ੀਆਂ ਆਪ ਉਗਾਉਂਦੇ ਹਾਂ। ਤੇ ਜਿੰਨੀਆਂ ਵੀ ਸਬਜ਼ੀਆਂ ਤੁਸੀਂ ਇਹ ਟਰੱਕ ਤੇ ਦੇਖੋਗੇ ਸਾਡੇ ਆਪਣੇ ਫਾਰਮ ਦੀਆਂ ਨੇ। ਤੇ ਜੋ ਇੱਥੇ ਫਰੂਟ ਹੈ ਜੀ, ਤੇ ਮੌਸਮੀ ਫਰੂਟ ਤਾਂ ਜਿਹੜਾ ਆਪਣੇ ਆਮ ਲੱਗਦਾ ਉਹ ਤਾਂ ਸਾਡਾ ਹੀ ਹੈ। ਜਿਵੇਂ ਮੰਨ ਲਓ ਹਦਵਾਣਾ, ਖਰਬੂਜਾ, ਇਹ ਸਾਡਾ ਆਪਣਾ ਹੈ। ਬਾਕੀ ਜਿਹੜਾ ਫਰੂਟ ਹੈ ਅਸੀਂ ਇੰਪੋਰਟਡ ਫਰੂਟ ਰੱਖਿਆ ਔਰ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੰਪੋਰਟਡ ਗਰੋਸਰੀ ਵੀ ਅਸੀਂ ਹੁਣ ਸ਼ੁਰੂ ਕੀਤੀ ਹੈ ਜੀ।
ਇਹਦੇ ਵਿੱਚ ਇਹੀ ਚੀਜ਼ ਵੱਲ ਮੈਂ ਆਉਣਾ ਚਾਹੁੰਦੀ ਸੀ ਕਿ ਸਬਜ਼ੀਆਂ ਹੋ ਗਈਆਂ, ਫਰੂਟਸ ਹੋ ਗਏ, ਪਰ ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਡੱਬਾ ਬੰਦ ਹੈਗੀਆਂ, ਉਹ ਡਾਈਟ ਨਾਲ ਰਿਲੇਟਡ ਹੀ ਦਿਖਦੀਆਂ, ਕੁਝ ਹੋਰ ਦਿਖਦਾ ਨਹੀਂ ਆ। ਇਹ ਵੀ ਆਈਡੀਆ ਕਿੱਥੋਂ ਆਇਆ? ਕਿਉਂਕਿ ਦੁਕਾਨਾਂ ਦੇ ਉੱਤੋਂ ਇਹ ਚੀਜ਼ਾਂ ਤਾਂ ਮਿਲਦੀਆਂ, ਤੁਹਾਡੇ ਇਸ ਵੈਜੀਟੇਬਲ ਟਰੱਕ ਦੇ ਵਿੱਚ ਰੱਖਣ ਦਾ ਮਕਸਦ ਇਹ ਹੈ ਕਿ ਦੇਖੋ, ਜਿਸ ਤਰ੍ਹਾਂ ਆਪਾਂ ਇੱਕ ਸਾਫ਼ ਜ਼ਹਿਰ ਮੁਕਤ ਸਬਜ਼ੀਆਂ ਦਾ ਆਪਾਂ ਜਿਵੇਂ ਅਸੀਂ ਲੈ ਕੇ ਆਏ ਹਾਂ, ਸਾਡਾ ਮਕਸਦ ਕੀ ਹੈ ਕਿ ਹੈਲਥ ਨੂੰ ਪ੍ਰਮੋਟ ਕਰਨਾ, ਹਾਈਜੀਨ ਨੂੰ ਪ੍ਰਮੋਟ ਕਰਨਾ, ਸਾਫ਼ ਸੁਥਰੀਆਂ ਚੀਜ਼ਾਂ ਨੂੰ ਪ੍ਰਮੋਟ ਕਰਨਾ। ਉਸੇ ਤਰੀਕੇ ਫਿਰ ਅਸੀਂ ਫਰੂਟਸ ਵੀ ਇੰਟਰੋਡਿਊਸ ਕੀਤੇ। ਉਸ ਤੋਂ ਇਲਾਵਾ ਵੀ ਜਿਹੜੀਆਂ ਮੰਨ ਲਓ ਰੋਜ਼ਮਰਰਾ ਦੀਆਂ ਚੀਜ਼ਾਂ ਨੇ, ਜਿਹੜੀਆਂ ਆਮ ਆਪਾਂ ਘਰਾਂ ਦੇ ਵਿੱਚ ਆਪਾਂ ਨੂੰ ਚਾਹੀਦੀਆਂ ਹੁੰਦੀਆਂ ਸਿਹਤ ਦੇ ਰਿਲੇਟਡ, ਫਿਰ ਅਸੀਂ ਕਿਹਾ ਵੀ ਕਿਉਂ ਨਾ ਆਪਾਂ ਇੱਕ ਇਸ ਟਰੱਕ ਨੂੰ ਜਾਂ ਅਸੀਂ ਇੱਕ ਇੱਦਾਂ ਦੀ ਜਗ੍ਹਾ ਬਣ ਜਾਈਏ ਕਿ ਕੋਈ ਵੀ ਵੱਡੀ ਤੋਂ ਛੋਟੀ ਜ਼ਰੂਰਤ ਕਿਸੇ ਵੀ ਹਾਊਸ ਹੋਲਡ ਦੀ, ਅਸੀਂ ਇੱਕ ਜ਼ਰੂਰਤ ਪੂਰੀ ਕਰੀਏ, ਸਭ ਦੀ ਇੱਕ ਜ਼ਰੂਰਤ ਅਸੀਂ ਬਣ ਜਾਈਏ ਕਿ ਕੁਝ ਵੀ ਅਗਰ ਚਾਹੀਦਾ ਹੋਵੇ ਵਧੀਆ ਸਿਹਤ ਦੇ ਰਿਲੇਟਡ ਤਾਂ ਸਾਡੇ ਕੋਲੋਂ ਸਾਰਾ ਕੁਝ ਮਿਲ ਜਾਏ। ਆਰਗੈਨਿਕ ਖੇਤੀ ਦੀ ਜੇ ਗੱਲ ਕਰੀਏ ਤੇ ਆਰਗੈਨਿਕ ਜਿਹੜੀਆਂ ਸਬਜ਼ੀਆਂ ਉਹਨਾਂ ਦੇ ਰੇਟਸ ਦੇ ਵਿੱਚ ਫਰਕ ਹੁੰਦਾ ਕੁਝ, ਤੇ ਤੁਸੀਂ ਕਿਹਾ ਕਿ ਤੁਸੀਂ ਪਿੰਡ ਦੇ ਵਿੱਚ ਰੱਖਦੇ ਸੀ ਤੇ ਲੋਕਾਂ ਨੇ ਪਹੁੰਚ ਕੀਤੀ, ਲੋਕ ਪਹਿਲਾਂ ਹੀ ਹਸਪਤਾਲਾਂ ਦੇ ਗੇੜੇ ਕੱਢ ਕੇ ਦੁਖੀ ਆ ਤੇ ਹੁਣ ਧਿਆਨ ਹੈਗਾ ਇੱਧਰ। ਉਹ ਕਿੰਨਾ ਕੁ ਫਰਕ ਆ ਦੂਜਿਆਂ ਦੇ ਨਾਲੋਂ ਰੇਟਸ ਦਾ? ਤੇ ਜਿਸ ਤਰੀਕੇ ਦੇ ਨਾਲ ਮੈਂ ਦੇਖਿਆ ਜਦੋਂ ਦੀ ਮੈਂ ਇੱਥੇ ਖੜੀ ਹੋਈ ਆ, ਲੋਕ ਆ ਰਹੇ ਔਰ ਲਿਫਾਫੇ ਭਰ ਕੇ ਖਰੀਦੋ ਫਰੋਖਤ ਕਰਕੇ ਜਾ ਰਹੇ ਆ। ਰੇਟਾਂ ਦਾ ਕਿੰਨਾ ਕੁ ਫਰਕ ਆ ਤੇ ਉਸ ਤੋਂ ਬਾਅਦ ਫਿਰ ਕਿੰਨੇ ਕੁ ਜ਼ਿਆਦਾ ਗਾਹਕ ਆਉਂਦੇ ਤੁਹਾਡੇ? ਦੇਖੋ, ਜਿਹੜੀ ਆਰਗੈਨਿਕ ਸਬਜ਼ੀ ਦਾ ਬੀਜ ਹੈ ਨਾ, ਪਹਿਲੀ ਗੱਲ ਤਾਂ ਬੀਜ ਹੀ ਬਹੁਤ ਮਹਿੰਗਾ ਆਉਂਦਾ ਉਹਦਾ, ਆਰਗੈਨਿਕ ਸਬਜ਼ੀ ਦਾ। ਅਸੀਂ ਜਿਵੇਂ ਸ਼ੁਰੂ 'ਚ ਵੀ ਕਿਹਾ ਕਿ ਅਸੀਂ ਆਰਗੈਨਿਕ ਨਹੀਂ, ਇਹਨੂੰ ਆਰਗੈਨਿਕ ਵੱਲ ਜਾ ਰਹੇ ਹਾਂ ਹਜੇ। ਇਹ ਜ਼ਹਿਰ ਮੁਕਤ ਸਬਜ਼ੀ ਹੈ ਤੇ ਕੋਈ ਬਾਹਰ ਦੀ ਸਪਰੇਅ ਨਹੀਂ ਹੈਗੀ, ਇੱਥੇ ਕੋਈ ਇਦਾਂ ਦਾ ਕੰਮ ਨਹੀਂ, ਇਹ ਨੈਚੁਰਲੀ ਗਰੋਨ ਸਬਜ਼ੀ ਹੈ। ਤੇ ਅੱਜ ਕੱਲ੍ਹ ਜਿਵੇਂ ਦਾ ਦੌਰ ਚੱਲ ਰਿਹਾ, ਲੋਕ ਵੈਸੇ ਵੀ ਸਿਹਤ ਵੱਲ ਨੂੰ ਬਹੁਤ ਜ਼ਿਆਦਾ, ਤੁਹਾਨੂੰ ਪਤਾ ਹੈ, ਪਰਵਾਹ ਕਰਦੇ ਨੇ ਜ਼ਿਆਦਾ। ਸੋ ਬਹੁਤ ਸਾਨੂੰ ਪਰਵਾਹ ਹੁੰਗਾਰਾ ਮਿਲਦਾ ਇਸ ਚੀਜ਼ ਦਾ। ਜਿਵੇਂ ਅਸੀਂ ਖੁਦ ਵੀ ਲਾ ਲਓ ਕਿ ਥੋੜ੍ਹਾ ਜਿਹਾ ਫਿਟਨੈਸ ਵੱਲ ਧਿਆਨ ਰੱਖਦੇ ਹਾਂ ਸਾਰੇ ਜਾਣੇ ਸਾਡੇ, ਤੇ ਅਸੀਂ ਅੱਗੇ ਇਹ ਚੀਜ਼ ਅੱਗੇ ਲੋਕਾਂ 'ਚ ਵੀ ਵੰਡਣਾ ਚਾਹੁੰਦੇ ਹਾਂ ਕਿ ਇਸ ਚੀਜ਼ ਵੱਲ ਲੋਕ ਜ਼ਿਆਦਾ ਧਿਆਨ ਰੱਖਣ। ਥੋੜਾ ਹਟਵਾਂ ਸਵਾਲ ਹੈ। ਆਮ ਤੌਰ ਤੇ ਜਿਹੜੀ ਸਾਡੇ ਵਰਗੀ ਯੰਗ ਜਨਰੇਸ਼ਨ ਆ ਤੇ ਬਾਪੂ ਬੜੇ ਹੀ ਔਖੇ ਹੁੰਦੇ ਆ ਸਾਡੇ ਤੋਂ, ਕਿ ਜੇ ਪੜ੍ਹਾਈ ਵੱਲ ਚਲੇ ਗਏ ਯੂਨੀਵਰਸਿਟੀ ਕਾਲਜ, ਤੇ ਸਾਡੇ ਕੋਲੇ ਟਾਈਮ ਹੀ ਨਹੀਂ ਹੁੰਦਾ ਖੇਤਾਂ ਵੱਲ ਦੇਖਣ ਦਾ, ਔਰ ਸਪੈਸ਼ਲੀ ਸਬਜ਼ੀ ਵੇਚਣੀ। ਈਗੋ ਕਿਤੇ ਨਾ ਕਿਤੇ ਪੰਜਾਬੀਆਂ ਦੀ ਖੜੀ ਹੁੰਦੀ ਵੀ ਸਬਜ਼ੀ ਔਰ ਅਸੀਂ ਵੇਚਾਂਗੇ, ਔਰ ਇਸ ਸਟਾਈਲ ਦੇ ਨਾਲ ਆਉਣਾ। ਤੇ ਉਹ ਚੀਜ਼ ਕਿਵੇਂ ਆ? ਪੜ੍ਹਾਈ ਚੱਲ ਰਹੀ ਆ ਤੇ ਬਾਪੂ ਕਿਵੇਂ ਖੁਸ਼ ਆ? ਕਿਉਂਕਿ ਤੁਸੀਂ ਪਹਿਲਾਂ ਗੱਲ ਕਰਦੇ ਦੱਸ ਰਹੇ ਸੀ ਵੀ ਐਸੇ ਲਾਕਡਾਊਨ ਦੇ ਵਿੱਚ ਤੁਸੀਂ ਇਹ ਫੂਡ ਟਰੱਕ ਸ਼ੁਰੂ ਕੀਤਾ, ਮੰਜ਼ਰ ਕੀ ਆ ਘਰ ਦਾ? ਦੇਖੋ, ਐਕਚੁਅਲੀ ਗੱਲ ਇੱਦਾਂ ਕਿ ਸਭ ਤੋਂ ਵੱਡੀ ਗੱਲ ਸਾਨੂੰ ਪ੍ਰਿਵਿਲੇਜ ਇਹੀ ਹੈ ਕਿ ਸਾਡੇ ਡੈਡੀ ਸਾਨੂੰ ਕਦੀ ਕਿਸੇ ਗੱਲ ਤੋਂ ਮਨਾ ਨਹੀਂ ਕਰਦੇ। ਸਾਡੀ ਸਭ ਤੋਂ ਵੱਡੀ ਪ੍ਰਿਵਿਲੇਜ ਇਹ ਹੈ। ਦੂਜੀ ਗੱਲ ਇਹ ਹੈ ਕਿ ਮੈਂ ਜਿਵੇਂ ਪਹਿਲਾਂ ਵੀ ਗੱਲ ਕਰਦਾ ਸੀ ਕਿ ਸਭ ਬੰਦੇ ਕਹਿੰਦੇ ਸਬਜ਼ੀ ਵੇਚਣ ਲੱਗ ਗਏ ਜੀ, ਇਹ ਤਾਂ ਕੀ ਕਰਨ। ਮੈਂ ਸ਼ੁਰੂ ਤੋਂ ਇਹ ਗੱਲ ਕਹਿੰਦਾ, ਪੰਜਾਬ ਦੀ ਪਛਾਣ ਹੀ ਇਹ ਹੈ, ਖੇਤੀਬਾੜੀ ਹੋ ਗਈ, ਠੀਕ ਹੈ, ਕਣਕ, ਝੋਨਾ, ਸਬਜ਼ੀਆਂ। ਇਸ ਚੀਜ਼ ਨੂੰ ਪੰਜਾਬ 'ਚ ਆਪਣੀ ਸ਼ਰਮਿੰਦਗੀ ਮਹਿਸੂਸ ਕਰੇਗਾ ਤਾਂ ਫਿਰ ਉਹ ਪੰਜਾਬ ਨਹੀਂ ਰਹਿ ਜਾਏਗਾ, ਠੀਕ ਹੈ। ਨਸ਼ਿਆਂ ਦਾ ਲੇਬਲ ਤੁਸੀਂ ਜਿੰਨਾ ਮਰਜ਼ੀ ਲਾ ਲਓ, ਅੱਜ ਕੱਲ੍ਹ ਬਾਕੀ ਵੀ ਲਾ ਰਹੇ ਨੇ, ਠੀਕ ਹੈ। ਜੇ ਆਪਾਂ ਵੀ ਮੰਨ ਲਓ ਉੱਧਰ ਨੂੰ ਚੱਕਣ ਲੱਗ ਗਏ, ਬੰਦੂਕਾਂ ਦੇ ਗਾਣੇ ਮੰਨ ਲਓ ਗਾਣ ਲੱਗ ਜਾਓ, ਤੁਸੀਂ ਨਸ਼ਿਆਂ ਦੇ ਗਾਣੇ ਗਾਣ ਲੱਗ ਜਾਓ, ਉਹ ਤਾਂ ਸਾਰੇ ਕਰ ਹੀ ਰਹੇ ਨੇ, ਬਾਹਰਲੇ ਲੋਕ ਕਰ ਰਹੇ ਨੇ। ਪੰਜਾਬ ਦੇ ਲੋਕਾਂ ਨੂੰ ਇਸ ਚੀਜ਼ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ। ਮੈਂ ਸ਼ੁਰੂ ਤੋਂ ਇਹੀ ਗੱਲ ਕਰਦਾ ਸੀਗਾ, ਜਿਵੇਂ ਪਹਿਲਾਂ ਵੀ ਮੈਂ ਕਿੰਨੀ ਵਾਰ ਕਿਹਾ ਕਿ ਇਸ ਚੀਜ਼ ਨੂੰ ਹੀ ਤੁਸੀਂ ਆਪਣਾ ਮੁੱਖ ਅੱਗੇ ਇੱਕ ਕੰਮ ਰੱਖੋ। ਸਬਜ਼ੀ ਨੂੰ, ਖੇਤੀਬਾੜੀ ਨੂੰ, ਝੋਨਾ, ਸਾਰੇ ਆਪਾਂ ਕੰਮ ਕਰਦੇ। ਮੰਨ ਲਓ ਅੱਜ ਕੱਲ੍ਹ ਕਿਸੇ ਨੇ ਵੀ ਬਾਹਰ ਵੀ ਲੋਕਾਂ ਜਾਣਾ, ਉਹ ਇੱਥੋਂ ਸਬਜ਼ੀ ਖੇਤੀਬਾੜੀ 'ਚੋਂ ਹੀ ਗਏ ਨੇ, ਠੀਕ ਹੈ। ਜੱਟਾਂ ਦੇ ਮੁੰਡੇ ਨੇ ਬਾਹਰ ਸਾਰੇ ਗਏ ਨੇ, ਉਹ ਇਸੇ ਵਿੱਚੋਂ ਗਏ ਨੇ। ਇਸ ਚੀਜ਼ ਨੂੰ ਨਹੀਂ ਭੁੱਲਣਾ ਚਾਹੀਦਾ ਕਦੀ ਵੀ ਕਿਸੇ ਨੂੰ, ਮੇਰੀ ਇਹ ਸੋਚ ਹੈ। ਫੋਰਨ ਦੇ ਵਿੱਚ ਜੇ ਦੇਖੀਏ ਤੇ ਜਦੋਂ ਉੱਥੇ ਕਿਤੇ ਕੈਨੇਡਾ ਜਾਂ ਕਿਤੇ ਹੋਰ ਕੰਟਰੀਜ਼ ਦੇ ਵਿੱਚ ਖੇਤਾਂ ਦਾ ਦੌਰਾ ਕਰੀਦਾ ਤੇ ਉੱਥੇ ਪੰਜਾਬੀ ਕਿਸਾਨ ਹੀ ਨਜ਼ਰ ਆਉਂਦੇ। ਲੱਗਦਾ ਹੈ ਕਿ ਜਿੱਥੇ ਕਿਤੇ ਮਾਰੂਥਲਾ ਪੰਜਾਬੀਆਂ ਨੂੰ ਬਿਠਾ ਦਿਓ, ਉਹ ਉਹਨੂੰ ਉਪਜਾਊ ਕਰ ਦੇਣਗੇ। ਕਿਸਾਨੀ ਮੋਰਚੇ ਦੇ ਵੱਲ ਜੇ ਥੋੜਾ ਜਿਹਾ ਧਿਆਨ ਕਰੀਏ, ਕਿਉਂਕਿ ਤੁਸੀਂ ਤਾਂ ਹੁਣ ਖੇਤੀ ਦੇ ਵੱਲ, ਔਰ ਕਹਿ ਸਕਦੇ ਕਿ ਅਗਲੀ ਪੀੜ੍ਹੀ ਜੇ ਇਸ ਤਰੀਕੇ ਨਾਲ ਆਪਣੇ ਆਪ ਨੂੰ ਖੇਤਾਂ ਦੇ ਵਿੱਚ ਪੇਸ਼ ਕਰ ਰਹੀ ਹੈ ਤੇ ਸੋਹਣਾ ਸੁਖਦ ਸੁਨੇਹਾ, ਕਿਸਾਨੀ ਮੋਰਚੇ ਨੂੰ ਲੈ ਕੇ ਕਿੰਨਾ ਜ਼ਰੂਰੀ ਲੱਗਦਾ ਕਿ ਉਹ ਜਿੱਤਣਾ ਕਿੰਨਾ ਜ਼ਰੂਰੀ ਹੈ, ਖਾਸ ਤੌਰ ਤੇ ਜਦੋਂ ਤੁਸੀਂ ਹੁਣ ਖੇਤੀ ਦੀਆਂ ਚੀਜ਼ਾਂ ਸਮਝ ਰਹੇ? ਕਿਉਂਕਿ ਸਾਨੂੰ ਲੱਗਦਾ ਸੀ ਵੀ ਬਾਪੂ ਆਉਂਦਾ, ਪੰਡ ਸਿੱਟਦਾ, ਜਦੋਂ ਕਣਕ ਵੇਚ ਕੇ ਆ ਜਾਂਦਾ, ਥੋੜੇ ਬਹੁਤੇ ਪੈਸੇ ਕਰਜ਼ਾ ਲਾਤਾ ਤੇ ਨਵਾਂ ਕਰਜ਼ਾ ਚੜ ਜਾਂਦਾ ਸੀਗਾ। ਕੀ ਲੱਗਦਾ ਕਿ ਕਿਸਾਨੀ ਮੋਰਚੇ ਦਾ ਇਹਨਾਂ ਚੀਜ਼ਾਂ ਦੇ ਨਾਲ ਹੁਣ ਕਿੰਨਾ ਨਾਤਾ ਤੁਸੀਂ ਆਪਣਾ ਮਹਿਸੂਸ ਕਰ ਪਾ ਰਹੇ ਹੋ? ਇਹਦੇ ਨਾਲ ਤਾਂ ਜੀ ਕਹਿ ਲਓ ਕਿ ਸਾਡਾ ਡਾਇਰੈਕਟਲੀ ਰਿਲੇਟਡ ਹੀ ਇਹਨਾਂ ਚੀਜ਼ਾਂ ਨਾਲ ਹੈ। ਦੇਖੋ ਜੀ, ਕਿਸਾਨਾਂ ਦੇ ਮੰਨ ਲਓ ਜਿਹੜੇ ਆਪਾਂ ਮੋਰਚੇ ਦੇ ਮੰਨ ਲਓ ਅੱਜ ਅਸੀਂ ਬੈਠੇ ਹਾਂ, ਆਪਾਂ ਸਾਰੇ ਬੈਠੇ ਹਾਂ ਪੰਜਾਬ ਦੇ, ਪੰਜਾਬੀਅਤ ਲਈ ਆਪਾਂ ਆਪਣੀ ਹੋਂਦ ਤੇ ਹੱਕਾਂ ਦੀ ਲੜਾਈ ਲੜ ਰਹੇ ਹਾਂ। ਉਹ ਲੜਾਈ ਜਿੱਤਣੀ ਬਹੁਤ ਬੇਹੱਦ ਆਪਣੇ ਲਈ ਜ਼ਰੂਰੀ ਹੈ, ਕਿਉਂਕਿ ਜਦੋਂ ਆਪਣੇ ਤੋਂ ਆਪਣੇ ਬੇਸਿਕ ਹੱਕ ਖੋਏ ਜਾ ਰਹੇ ਨੇ ਤਾਂ ਉਸ ਟਾਈਮ ਇਟਸ ਹਾਈ ਟਾਈਮ ਕਿ ਆਪਾਂ ਨੂੰ ਹੁਣ ਕੁਝ ਕਰਨਾ ਚਾਹੀਦਾ, ਔਰ ਉਹ ਲੜਾਈ ਜਿੱਤਣੀ ਬਹੁਤ ਜ਼ਰੂਰੀ ਹੈ। ਔਰ ਚਲੋ ਮਾਲਕ ਦੀ ਮਿਹਰ ਰਹੀ ਤਾਂ ਜਿੱਤਾਂਗੇ ਵੀ ਜ਼ਰੂਰ, ਹੌਸਲੇ ਹਜੇ ਵੀ ਬੁਲੰਦ ਨੇ। ਪਰ ਉਹਦੇ ਇਲਾਵਾ ਅਸੀਂ ਸੋਚਦੇ ਹਾਂ ਕਿ ਜਿੱਤਣਾ ਇੱਕ ਅਲੱਗ ਚੀਜ਼ ਹੈ, ਚਲੋ ਕਾਨੂੰਨ ਉਹ ਵਾਪਸ ਲੈ ਲੈਣਗੇ, ਇੱਕ ਅਲੱਗ ਚੀਜ਼ ਹੈ, ਲੇਕਿਨ ਫਿਰ ਵੀ ਜਿਹੜਾ ਇੱਕ ਕਿਸਾਨੀ ਦੇ ਰਿਲੇਟਡ ਜਿਹੜੀਆਂ ਮੰਨ ਲਓ ਆਪਾਂ ਨੂੰ ਇਸ ਚੀਜ਼ ਨੂੰ ਅਪਲਿਫਟ ਕਰਨ ਦੀ ਲੋੜ ਹੈ। ਜਿਹੜੇ ਮੰਨ ਲਓ ਕਈ ਖਤਰੇ ਨੇ ਜਿਹੜੇ ਕਿਸਾਨੀ ਨੂੰ ਇਸ ਵੇਲੇ ਮੰਡਰਾ ਰਹੇ ਨੇ, ਮੰਨ ਲਓ ਜਿਵੇਂ ਅੱਜ ਕੱਲ੍ਹ ਦੀ ਯੂਥ ਹੈ ਉਹ ਕਿਸਾਨੀ ਵਿੱਚ ਨਹੀਂ ਪੈ ਰਹੀ। ਮੰਨ ਲਓ ਆਪਣੇ ਤੋਂ ਪਿਛਲੀਆਂ ਜਨਰੇਸ਼ਨਾਂ ਨੇ, ਚਲੋ ਇੱਕ ਟਾਈਮ ਤਾਂ ਆਏਗਾ ਨਾ ਜਦੋਂ ਉਹ ਛੱਡਣਗੇ ਇਸ ਚੀਜ਼ ਨੂੰ, ਤਾਂ ਨਵੀਂ ਨੇ ਸ਼ੁਰੂ ਕਰਨਾ। ਹੁਣ ਜੇ ਨਵੀਂ ਪੀੜ੍ਹੀ ਸਾਰੀ ਬਾਹਰ ਜਾ ਰਹੀ ਹੈ, ਨਵੀਂ ਪੀੜ੍ਹੀ ਇਸ ਕੰਮ 'ਚ ਆ ਨਹੀਂ ਰਹੀ, ਤਾਂ ਫਿਰ ਕਿਸਾਨੀ ਕਰੇਗਾ ਕੌਣ?
ਤਾਂ ਇਦਾਂ ਦੀਆਂ ਚੀਜ਼ਾਂ ਮੰਨ ਲਓ ਅੱਜ ਜ਼ਮਾਨਾ ਬੜਾ ਮਾਡਰਨ, ਆਪਾਂ ਕਹਿੰਦੇ ਕਿ ਹਰ ਇੱਕ ਚੀਜ਼ ਵਿੱਚ ਬਹੁਤ ਐਡਵਾਂਸਮੈਂਟ ਆ ਗਈ ਹੈ, ਤਾਂ ਕਿਉਂ ਨਾ ਇਹਦੇ ਵਿੱਚ ਵੀ ਐਡਵਾਂਸਮੈਂਟ ਆਪਾਂ ਲੈ ਆਈਏ। ਇਹ ਕਿਹੜਾ ਕੋਈ ਇਹੋ ਜਿਹਾ ਕੰਮ ਹੈ ਜਿਹੜਾ ਕਦੇ ਐਡਵਾਂਸ ਨਹੀਂ ਹੋ ਸਕਦਾ। ਮੰਨ ਲਓ ਚਲੋ ਅੱਜ ਅਸੀਂ ਚਾਹੇ ਇਹਨੂੰ ਇੱਕ ਨਵੀਂ ਡਾਇਰੈਕਸ਼ਨ ਦਿੱਤੀ ਹੈ, ਕੋਸ਼ਿਸ਼ ਕੀਤੀ ਹੈ ਕਿ ਚਲੋ ਆਪਾਂ ਟਰੱਕ ਦੇ ਵਿੱਚ ਕਰੀਏ ਜਿਹੜਾ ਪਹਿਲਾਂ ਕਿਸੇ ਨੇ ਨਹੀਂ ਕੀਤਾ। ਚਲੋ ਹੋ ਸਕਦਾ ਸਾਡੇ ਆਈਡੀਏ ਤੋਂ ਕੋਈ ਹੋਰ ਪ੍ਰੇਰਿਤ ਹੋ ਜਾਏ ਜਾਂ ਅਸੀਂ ਖੁਦ ਇਸ 'ਚੋਂ ਕੁਝ ਨਵਾਂ ਲੱਭ ਲਈਏ, ਇਹਨੂੰ ਹੋਰ ਐਡਵਾਂਸ ਕਰ ਲਈਏ। ਤਾਂ ਜੇ ਮਿਹਨਤ ਕਰਾਂਗੇ, ਪ੍ਰੇਰਿਤ ਹੋਵਾਂਗੇ ਔਰ ਪ੍ਰੇਰਿਤ ਕਰਾਂਗੇ ਤਾਂ ਸਭ ਕੁਝ ਪੋਸੀਬਲ ਹੈ। ਸੋ ਇਸ ਲਈ ਇਸ ਚੀਜ਼ ਦੇ ਨਾਲ ਅਸੀਂ ਆਪਣੇ ਇੱਕ ਬੜਾ ਡਾਇਰੈਕਟ ਉਹਨੂੰ ਜੋੜ ਕੇ ਰੱਖਿਆ ਕਿ ਇਹ ਆਪਾਂ ਨੂੰ ਜਿੱਤਣ ਤੋਂ ਇਲਾਵਾ ਇੱਕ ਆਲਟਰਨੇਟਿਵ ਵੀ ਸੈੱਟ ਕਰਨੇ ਪੈਣਗੇ ਕਿ ਤਾਂ ਕਿ ਸਾਨੂੰ ਚਲੋ ਅੱਜ ਮੰਨ ਲਓ ਆਪਾਂ ਨੂੰ ਸਰਕਾਰ ਤੋਂ ਜੋ ਚਾਹੀਦਾ, ਮੰਨ ਲਓ ਅੱਜ ਆਪਾਂ ਨੂੰ ਸਰਕਾਰ ਨਹੀਂ ਦੇ ਰਹੀ, ਹੋ ਸਕਦਾ ਕੱਲ ਫੇਰ ਕੋਈ ਇਦਾਂ ਦਾ ਮੌਕਾ ਆ ਜਾਏ ਜਿੱਥੇ ਸਰਕਾਰ ਆਪਾਂ ਨੂੰ ਕੁਝ ਨਾ ਦੇਵੇ, ਤਾਂ ਆਪਾਂ ਹਮੇਸ਼ਾ ਉਹਨਾਂ ਤੇ ਰਿਲਾਇੰਸ ਆਪਾਂ ਰੱਖੀਏ ਹੀ ਕਿਉਂ ਕਿ ਆਪਾਂ ਸਰਕਾਰ ਤੇ ਰਿਲਾਈ ਕਰੀਏ ਕਿ ਉਹ ਕੁਝ ਦੇਣਗੇ ਤਾਂ ਅਸੀਂ ਕੁਝ ਕਰਾਂਗੇ। ਕਿਉਂ ਨਾ ਆਪਾਂ ਆਪ ਹੀ ਆਲਟਰਨੇਟਿਵ ਸੈੱਟ ਕਰ ਲਈਏ ਕਿ ਸਾਨੂੰ ਲੋੜ ਹੀ ਨਾ ਪਵੇ। ਅਸੀਂ ਸੈਲਫ ਸਸਟੇਨੇਬਲ ਖੇਤੀ ਸ਼ੁਰੂ ਕਰੀਏ, ਪ੍ਰੈਕਟਿਸਿਸ ਸ਼ੁਰੂ ਕਰੀਏ ਜਿਹਦੇ ਲਈ ਅਸੀਂ ਆਤਮ ਨਿਰਭਰ ਹੋ ਜਾਈਏ ਕਿ ਸਾਨੂੰ ਕਿਸੇ ਦੀ ਲੋੜ ਹੀ ਨਾ ਪਵੇ। ਤਾਂ ਇੱਕ ਛੋਟੀ ਜੀ ਕੋਸ਼ਿਸ਼ ਇਸ ਚੀਜ਼ ਵੱਲ ਨੂੰ ਹੈ, ਬਾਕੀ ਜੋ ਜਿਵੇਂ ਮਾਲਕ ਨੂੰ ਮਨਜ਼ੂਰ ਹੈ ਉਵੇਂ। ਇਹਦੇ ਵਿੱਚ ਇੱਕ ਖਾਸ ਪ੍ਰੋਸੈਸ ਹੁੰਦਾ ਕਿ ਆਰਗੈਨਿਕ ਜਿਹੜੀ ਫਾਰਮਿੰਗ ਹੁੰਦੀ ਆ ਉਹਦੇ ਵਿੱਚ ਚੀਜ਼ਾਂ ਆਪਣੀ ਜਿਹੜੀ ਆ ਸ਼ੁੱਧਤਾ ਗਵਾ ਨਾ ਦੇਣ, ਟੇਸਟ ਨਾ ਗਵਾ ਦੇਣ। ਉਹਦੇ ਲਈ ਇੱਕ ਚੰਗਾ ਪ੍ਰੋਸੈਸ ਹੁੰਦਾ ਕਿ ਤੋੜਦਿਆਂ ਸਾਰ ਉਹ ਇੱਕ ਖਾਸ ਟੈਂਪਰੇਚਰ ਤੇ ਇੱਕ ਸਟੋਰ ਜਗ੍ਹਾ ਕਰਨੀ ਪੈਂਦੀ ਹੈ ਤੇ ਉਸ ਤੋਂ ਬਾਅਦ ਦੁਕਾਨਾਂ ਤੱਕ ਜਾਂ ਤੁਹਾਡੀ ਇੱਥੇ ਇਹਦੇ ਤੱਕ ਆਉਣ ਤੱਕ ਵੀ ਉਹ ਕਹਿੰਦੇ ਆ ਕਿ ਉਹ ਟੈਂਪਰੇਚਰ ਜਿਹੜਾ ਸੈੱਟ ਰਹਿਣਾ ਚਾਹੀਦਾ। ਕਿੰਨੀ ਕੁ ਮਿਹਨਤ ਔਰ ਕੀ ਪ੍ਰੋਸੈਸ ਹੁੰਦਾ ਜਦੋਂ ਸਬਜ਼ੀਆਂ ਜਿਹੜੀਆਂ ਤੁਹਾਡੀ ਖੇਤ ਚੋਂ ਨਿਕਲ ਕੇ ਲੋਕਾਂ ਤੱਕ ਪਹੁੰਚਦੀਆਂ, ਉਸ ਦੌਰਾਨ ਕਿਹੜੇ ਪ੍ਰੋਸੈਸ ਚੋਂ ਗੁਜ਼ਰਦੀ ਆ? ਅਸੀਂ ਜੀ ਦੇਖੋ ਇਹ ਕੁਐਸਚਨ ਇੱਕ ਬੜਾ ਵਧੀਆ ਕੁਐਸਚਨ ਹੈ। ਲੋਕ ਸਭ ਤੋਂ ਪਹਿਲਾਂ ਮੰਨ ਲਓ ਲੋਕ ਇਹੀ ਕਹਿੰਦੇ ਤੁਹਾਡੇ ਤੇ ਟਰਸਟ ਕਿਉਂ ਕਰੀਏ ਅਸੀਂ, ਹੈ ਨਾ, ਪਹਿਲਾ ਕੁਐਸਚਨ ਲੋਕਾਂ ਦਾ ਹੀ ਹੋ ਸਕਦਾ। ਸੋ ਉਹਦੇ ਵਾਸਤੇ ਅਸੀਂ ਪ੍ਰੋਪਰ ਪ੍ਰੋਸੈਸ ਦੀ ਇੱਕ ਵੀਡੀਓ ਬਣਾ ਕੇ ਟਰੱਕ ਦੇ ਉੱਪਰ ਹਮੇਸ਼ਾ ਚਲਾਉਂਦੇ ਹਾਂ, ਜਿਹਦੇ ਵਿੱਚ ਬਿਜਾਈ ਤੋਂ ਲੈ ਕੇ ਤੁੜਾਈ ਤੋਂ ਬਾਅਦ ਫਿਰ ਉਹਦੀ ਪੈਕਿੰਗ, ਜਿਹੜਾ ਸਾਫ਼ ਕਰਦੇ ਹਾਂ ਸਬਜ਼ੀ, ਉਹ ਸਾਰਾ ਪ੍ਰੋਸੈਸ ਉਹਦੇ ਵਿੱਚ ਹੈ। ਆਰਗੈਨਿਕ ਦੀ ਤੁਸੀਂ ਗੱਲ ਕਰੋ, ਅਸੀਂ ਉਹੀ ਤਾਂ ਤੁਹਾਨੂੰ ਪਹਿਲਾਂ ਦੱਸਿਆ ਵੀ ਆਰਗੈਨਿਕ ਦਾ ਪ੍ਰੋਸੈਸ 4-5 ਸਾਲ ਦਾ। ਪਹਿਲਾਂ ਉਹਦੇ ਵਾਸਤੇ ਜ਼ਮੀਨ ਤਿਆਰ ਕਰਨੀ ਪੈਂਦੀ ਹੈ, ਫਿਰ ਉਹਦਾ ਉਸ ਹਿਸਾਬ ਨਾਲ ਆਪਾਂ ਸੀਡ ਲੈ ਕੇ ਆਉਂਦੇ ਹਾਂ। ਉਹਦੇ ਵੱਲ ਅਸੀਂ ਜਾ ਰਹੇ ਹਾਂ ਹਜੇ, ਕਿਉਂਕਿ ਉਹ ਸਬਜ਼ੀ ਬਹੁਤ ਮਹਿੰਗੀ ਵੀ ਹੋ ਜਾਂਦੀ ਹੈ, ਤਾਂ ਕਰਕੇ ਲੋਕ ਇੱਥੇ ਆਮ ਜ਼ਿਆਦਾ ਲੈਂਦੇ ਵੀ ਨਹੀਂ ਹੈਗੇ। ਸੋ ਜੇ ਆਪਾਂ ਮੰਨ ਲਓ ਜਿਵੇਂ ਨਸ਼ਾ ਮੁਕਤ ਸਬਜ਼ੀ ਵੱਲ ਅਸੀਂ ਹੈਗੇ ਹਾਂ, ਉਹਦੇ ਵੱਲ ਅਸੀਂ ਆਲਰੇਡੀ ਜਾ ਰਹੇ ਹਾਂ। ਉਹਦਾ ਪ੍ਰੋਸੈਸ ਬਿਲਕੁਲ ਡਿਫਰੈਂਟ ਹੋ ਜਾਂਦਾ ਇਹਦੇ ਨਾਲ। ਜੋ ਇਹਦਾ ਪ੍ਰੋਸੈਸ ਹੈ ਉਹ ਅਸੀਂ ਪ੍ਰੋਪਰ ਵੀਡੀਓ ਦੇ ਵਿੱਚ ਬਣਾ ਕੇ ਇੱਥੇ ਟਰੱਕ ਤੇ ਸਾਡਾ 24 ਘੰਟੇ ਨਾਲ ਹੀ ਚੱਲਦਾ ਜੀ ਉਹ। ਜੀ ਅਜੇ ਤੁਸੀਂ ਆਰਗੈਨਿਕ ਸਬਜ਼ੀ ਵੱਲ ਜਾ ਰਹੇ ਹੋ ਤੇ ਇਹ ਵੀ ਆਰਗੈਨਿਕ ਆ, ਇਹ ਕਿੰਨੀ ਕੁ ਆਰਗੈਨਿਕ ਆ ਤੇ ਕਿੰਨੀ ਜ਼ਿਆਦਾ ਆਰਗੈਨਿਕ ਵੱਲ ਜਾਓ? ਆਰਗੈਨਿਕ ਦਾ ਦੇਖੋ, ਆਰਗੈਨਿਕ ਦਾ ਸਾਰਾ ਹੀ ਫਰਕ ਹੁੰਦਾ, ਬਹੁਤ ਜ਼ਿਆਦਾ ਡਿਫਰੈਂਟ ਹੈ। ਲੋਕਾਂ ਨੂੰ ਇਸ ਚੀਜ਼ ਦਾ ਹਜੇ ਨਹੀਂ ਪਤਾ ਹੈਗਾ। ਇਹ ਐਕਚੁਅਲੀ ਇਹਦੇ ਵਿੱਚ ਹੈ ਕੀ ਹੈ ਕਿ ਇਹ ਸਬਜ਼ੀ ਦੇ ਵਿੱਚ ਸਪਰੇਆਂ ਨਹੀਂ ਹੈਗੀਆਂ, ਠੀਕ ਹੈ। ਜਿਹੜੀ ਸਪਰੇ ਕੋਈ ਮੰਨ ਲਓ ਜਿਹੜੀਆਂ ਖਾਦਾਂ ਪਾਉਂਦੇ ਹਾਂ ਆਪਾਂ, ਦੂਜੀਆਂ ਨਸ਼ੇ ਜਿਹੜੇ ਮੰਨ ਲਓ ਉਹਨੂੰ ਜਿਵੇਂ ਕੇਲੇ ਦਾ ਹੁੰਦੇ ਆ ਕੈਮੀਕਲਸ ਆਪਾਂ ਯੂਜ਼ ਕਰਦੇ ਹਾਂ, ਠੀਕ ਹੈ, ਉਹ ਚੀਜ਼ਾਂ ਨਹੀਂ ਹੈਗੀਆਂ। ਇਹਦਾ ਜ਼ਰੂਰ ਇਹ ਗੱਲ ਹੈਗੀ ਆ ਕਿ ਜਿਹੜਾ ਝਾੜ ਹੁੰਦਾ ਮੰਨ ਲਓ ਸਬਜ਼ੀ ਦਾ ਜ਼ਰੂਰ ਘਟ ਜਾਂਦਾ, ਠੀਕ ਹੈ। ਆਪਾਂ ਸਪਰੇ ਪਾਵਾਂਗੇ ਤਾਂ ਆਪਾਂ ਨੂੰ ਸਬਜ਼ੀ ਵੱਧ ਮਿਲ ਜਾਏਗੀ, ਨਾਲੇ ਵਧੀਆ ਫਰੂਟ ਲੱਗ ਜਾਏਗਾ ਉਸ ਚੀਜ਼ ਨੂੰ, ਪਰ ਘਟ ਜਾਂਦਾ ਹੈ ਉਹ। ਅਸੀਂ ਐਗਰੀ ਕਰਦੇ ਹਾਂ ਚੀਜ਼ ਨੂੰ, ਪਰ ਇਹਦਾ ਇਹ ਹੈ ਕਿ ਅਸੀਂ ਘੱਟ ਵੇਚਾਂਗੇ ਪਰ ਵਧੀਆ ਵੇਚਾਂਗੇ। ਸਾਡਾ ਇਹਦੇ ਵਿੱਚ ਮੇਨਲੀ ਜੇਕਰ ਮੋਟਿਵ ਇਹ ਹੈ। ਇਹ ਦੋ ਨੌਜਵਾਨ ਜਿਹੜੇ ਲੋਕਡਾਊਨ ਦੇ ਵਿੱਚ ਇਹ ਨਵਾਂ ਆਈਡੀਆ ਸ਼ੁਰੂ ਕਰਦੇ ਆ ਤੇ ਇੱਕ ਇਹ ਜਾਣਨਾ ਚਾਹੁੰਦੀ ਆ ਕਿ ਕਿੰਨੇ ਹੋਰ ਲੋਕ ਆ ਜਿਨ੍ਹਾਂ ਨੂੰ ਇਸ ਵੇਲੇ ਰੁਜ਼ਗਾਰ ਦਿੱਤਾ ਹੋਇਆ ਹੈ? ਤੁਸੀਂ ਆਪਣੇ ਆਪ ਨੂੰ ਤਾਂ ਰੁਜ਼ਗਾਰ ਦਿੱਤਾ ਹੀ ਆ, ਔਰ ਕਿੰਨਾ ਲੰਬਾ ਸਮਾਂ ਦੇਖਣ ਨੂੰ ਮਿਲਦੇ ਰਹਿਣਗੇ ਦੋਨੋਂ ਨੌਜਵਾਨ? ਜੇ ਮੈਂ ਇਸ ਚੀਜ਼ ਦੀ ਗੱਲ ਕਰਾਂ ਨਾ ਜੀ, ਤਾਂ ਰੁਜ਼ਗਾਰ ਵਾਲੇ ਵਿੱਚ ਤਾਂ ਚਲੋ ਜਿਹੜੀ ਗੱਲ ਤੁਸੀਂ ਕਹੀ ਹੈਗੀ ਹੈ ਜੀ। ਮਤਲਬ ਸਾਡੇ ਕੋਲ ਇਸ ਟਾਈਮ ਆਪਣੇ ਜੇ ਫਾਰਮ ਤੇ ਗੱਲ ਕਰਾਂ ਤਾਂ ਘੱਟੋ ਘੱਟ ਵੀ 50 ਤੋਂ 100 ਦੇ ਕਰੀਬ ਸਾਡੇ ਕੋਲ ਬੰਦੇ ਨੇ ਜਿਹੜੇ ਕੰਮ ਕਰਦੇ ਨੇ ਸਾਡੇ ਨਾਲ। ਅਸੀਂ ਉਹਨਾਂ ਨੂੰ ਮਤਲਬ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਲੇਬਰ ਰੱਖੀ ਆ, ਉਹ ਸਾਰੇ ਸਾਡੇ ਆਪਣੇ ਨੇ। ਮਤਲਬ ਸਾਡੇ ਕਹਿ ਲਓ ਵੀ ਘਰ ਦੇ ਹੀ ਬੰਦੇ ਨੇ ਇੱਕ ਤਰ੍ਹਾਂ ਦੇ। ਅਸੀਂ ਉਹਨਾਂ ਨੂੰ ਕਦੀ ਵੀ ਐਜ਼ ਅ ਲੇਬਰ ਅਸੀਂ ਨਾ ਉਹਨਾਂ ਨੂੰ ਕਦੀ ਲੇਬਰ ਮੰਨਿਆ ਔਰ ਨਾ ਕਦੀ ਐਜ਼ ਅ ਲੇਬਰ ਅਸੀਂ ਉਹਨਾਂ ਨੂੰ ਟ੍ਰੀਟ ਕੀਤਾ। ਉਹ ਸਭ ਸਾਡੇ ਆਪਣੇ ਨੇ। ਔਰ ਉਹਨਾਂ ਦੇ ਵਿੱਚ ਜੇ ਤੁਸੀਂ ਕਦੇ ਮੌਕਾ ਮਿਲਿਆ ਦੇਖਣ ਦਾ ਤਾਂ ਸਭ ਤੋਂ ਜ਼ਿਆਦਾ ਤੁਸੀਂ ਦੇਖੋ ਵੀ ਘੱਟੋ ਘੱਟ ਨਹੀਂ ਤਾਂ 70-30 ਦੀ ਰੇਸ਼ੀਓ ਨਾਲ ਨਾ ਸਾਡੇ ਕੋਲ ਲੇਡੀਜ਼ ਆਉਂਦੀਆਂ ਨੇ ਕੰਮ ਕਰਨ। ਕਿਉਂਕਿ ਅਸੀਂ ਮੰਨਦੇ ਹਾਂ ਕਿ ਜਿਹੜਾ ਸਬਜ਼ੀਆਂ ਵਾਲਾ ਕੰਮ ਹੈ, ਜਦੋਂ ਖਾਸ ਕਰਕੇ ਸਬਜ਼ੀਆਂ ਨੂੰ ਸਾਫ਼ ਕਰਨਾ ਹੈ, ਧੋਣਾ ਹੈ, ਔਰ ਜਦੋਂ ਸਬਜ਼ੀਆਂ ਦੀ ਆਪਾਂ ਗ੍ਰੇਡਿੰਗ ਕਰਨੀ ਹੈ ਕਿ ਕਿਹੜੀ ਸਾਫ਼ ਹੈ ਔਰ ਕਿਹੜੀ ਸਾਫ਼ ਨਹੀਂ ਹੈਗੀ, ਇਹ ਕੰਮ ਲੇਡੀਜ਼ ਤੋਂ ਵਧੀਆ ਹੋਰ ਕੋਈ ਨਹੀਂ ਕਰ ਸਕਦਾ। ਕਿਉਂਕਿ ਬਿਲਕੁਲ, ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਡੇਲੀ ਮੰਨ ਲਓ ਉਹਨਾਂ ਨੇ ਸਬਜ਼ੀਆਂ ਦੇ ਨਾਲ ਮੰਨ ਲਓ ਬਣਾਉਣੀ ਹੈ, ਕਰਨਾ ਹੈ, ਉਹਨਾਂ ਨੂੰ ਕੱਲੀ ਚੀਜ਼ ਦਾ ਪਤਾ ਕਿ ਕਿਹੜੀ ਚੀਜ਼ ਕਿਵੇਂ ਹੈ। ਤਾਂ ਇਹ ਕੰਮ ਉਹਨਾਂ ਤੋਂ ਵਧੀਆ ਹੋਰ ਕੋਈ ਨਹੀਂ ਕਰ ਸਕਦਾ। ਤਾਂ ਸਾਡੇ ਇੱਥੇ ਜਿਹੜਾ ਸੌਰਟਿੰਗ, ਗ੍ਰੇਡਿੰਗ, ਪੈਕਿੰਗ ਵਾਲਾ ਜਿਹੜਾ ਕੰਮ ਹੈ ਉਹ ਸਾਰਾ ਕੰਮ ਲੇਡੀਜ਼ ਹੀ ਕਰਦੀਆਂ ਨੇ ਆਪਣੇ ਹੱਥਾਂ ਦੇ ਨਾਲ। ਔਰ ਜੇ ਤੁਸੀਂ ਦੇਖੋਗੇ ਤਾਂ ਅਸੀਂ ਸਬਜ਼ੀ ਕੱਟਦੇ ਹਾਂ ਕੈਂਚੀ ਦੇ ਨਾਲ। ਅਸੀਂ ਉਹਨੂੰ ਕਦੇ ਵੀ ਇਦਾਂ ਖਿੱਚ ਕੇ ਨਹੀਂ ਤੋੜਦੇ, ਕੈਂਚੀ ਨਾਲ ਕੱਟਦੇ ਹਾਂ। ਗਲਵਜ਼ ਪਾਏ ਹੁੰਦੇ ਨੇ, ਸਿੱਧਾ ਉਹਨੂੰ ਕ੍ਰੇਟ 'ਚ ਰੱਖਦੇ ਹਾਂ, ਫਿਰ ਅਸੀਂ ਧੋਂਦੇ ਹਾਂ, ਫਿਰ ਗਲਵਜ਼ ਨਾਲ ਹੀ ਉਹਨੂੰ ਕੱਲੇ ਉਹਨੂੰ ਸਬਜ਼ੀ ਨੂੰ ਸਾਫ਼ ਕਰਦੇ ਹਾਂ। ਫਿਰ ਉਹਦੀ ਗ੍ਰੇਡਿੰਗ ਹੁੰਦੀ ਹੈ ਕਿ ਕਿਹੜੀ ਸਾਫ਼ ਹੈ ਕਿਹੜੀ ਨਹੀਂ ਸਾਫ਼। ਫਿਰ ਉਹਨੂੰ ਅਲੱਗ ਕਰਕੇ ਫਿਰ ਕ੍ਰੇਟਾਂ ਵਿੱਚ ਪਾ ਕੇ ਫਿਰ ਉਹਨੂੰ ਜਿੱਥੇ ਵੀ ਪਹੁੰਚਾਉਣਾ ਸੀ ਉੱਥੇ ਪਹੁੰਚਾਉਂਦੇ ਹਾਂ। ਬਹੁਤ ਹੀ ਇੱਕ ਲੰਬਾ ਔਰ ਟਾਈਮ ਟੇਕਿੰਗ ਪ੍ਰੋਸੈਸ ਹੈ। ਇਹ ਦੇਖਣ ਨੂੰ ਲੱਗਦਾ ਕਿ ਖੇਤਾਂ 'ਚੋਂ ਤੋੜ ਕੇ ਮੰਨ ਲਓ ਆਪਾਂ ਸਬਜ਼ੀ ਇੱਥੇ ਰੱਖ ਲਈ, ਲੇਕਿਨ ਬਿਹਾਈਂਡ ਦ ਸੀਨਸ ਹੈ ਜਿਹੜਾ ਉਹ ਇੱਕ ਬਹੁਤ ਹੀ ਲੰਬਾ ਔਰ ਇੱਕ ਬਹੁਤ ਹੀ ਕੇਅਰਫੁਲੀ ਬਣਾਇਆ ਹੋਇਆ ਪ੍ਰੋਸੈਸ ਹੈ।
ਵੈਸੇ ਇੱਕ ਸਾਡੇ ਮੰਤਰੀ ਸਾਹਿਬ ਕਹਿੰਦੇ ਸੀਗੇ ਵੀ ਮੈਂ ਜਿਹੜੀ ਆ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਣਾ, ਉਹ ਬਣਾਉਣ ਚਾਹੇ ਨਾ ਬਣਾਉਣ ਤਾਂ ਤੁਸੀਂ ਥੋੜਾ ਬਹੁਤਾ ਕੈਲੀਫੋਰਨੀਆ ਦੀ ਲੁੱਕ ਜ਼ਰੂਰ ਦੇ ਦਿੱਤੀ ਆ ਪਟਿਆਲੇ ਨੂੰ। ਇੱਕ ਹੋਰ ਜਿਹੜੀ ਆ ਲੋਕਾਂ ਦੇ ਵਿੱਚ ਧਾਰਨਾ ਬਣੀ ਹੋਈ ਆ ਵੀ ਆਰਗੈਨਿਕ ਸਬਜ਼ੀ ਤਾਂ ਪੋਲੀ ਹਾਊਸਿਸ ਦੇ ਵਿੱਚ ਉੱਗਦੀ ਆ, ਤੇ ਕੀ ਇਹ ਧਾਰਨਾ ਸਹੀ ਆ? ਜੇ ਪੋਲੀ ਹਾਊਸ ਹੈਗੇ ਆ ਜਾਂ ਤੁਹਾਡਾ ਕੋਈ ਆਈਡੀਆ ਹੈ ਆਉਣ ਵਾਲੇ ਸਮੇਂ 'ਚ ਬਣਾਉਣ ਦਾ, ਜਾਂ ਫਿਰ ਉਹਦੇ ਤੋਂ ਬਿਨਾਂ ਵੀ ਦੇਖ ਰੇਖ ਦੇ ਨਾਲ ਆਰਗੈਨਿਕ ਸਬਜ਼ੀ ਜਿਹੜੀ ਆ? ਨਹੀਂ ਐਕਚੁਅਲੀ ਆਰਗੈਨਿਕ ਸਬਜ਼ੀ ਦੇਖੋ ਹੈਗਾ ਤਾਂ ਪ੍ਰੋਸੈਸ ਉਹਦਾ ਇਦਾਂ ਦਾ ਹੀ ਹੈ। ਐਕਚੁਅਲੀ ਜਿਹੜੇ ਸਾਡੇ ਕੋਈ ਮੰਨ ਲਓ ਦੋਸਤ ਮੇਰੇ ਹੈਗੇ ਨੇ, ਠੀਕ ਹੈ, ਮੈਂ ਨਾਲ ਯੂਥ ਨੂੰ ਆਪਣੇ ਲਾ ਰਿਹਾ ਹੁਣ ਇਸ ਕੰਮ ਦੇ ਵਿੱਚ। ਮੈਂ ਕਾਫੀ ਇੱਕ ਸਾਡਾ ਲਾ ਲਓ ਕਿ ਗਰੁੱਪ ਹੈਗਾ ਜਿਹੜਾ ਅਸੀਂ ਇਸ ਚੀਜ਼ 'ਚ ਕੰਮ ਕਰਦੇ ਹਾਂ। ਕੁਝ ਕਈਆਂ ਨੇ ਪੋਲੀ ਹਾਊਸ ਲਾਇਆ ਵੀ ਹੋਇਆ, ਠੀਕ ਹੈ। ਸੋ ਕਦੀ ਮੰਨ ਲਓ ਸਾਡੇ ਕੋਲ ਸਬਜ਼ੀ ਵੱਧ ਘੱਟ ਜਾਵੇ ਤਾਂ ਅਸੀਂ ਫਿਰ ਉਹਨਾਂ ਤੋਂ ਲੈ ਲੈਂਦੇ ਹਾਂ ਜਿਹੜੀ ਮੇਨਲੀ ਜਿਹੜੀ ਸੀਜ਼ਨਲ ਹੋਵੇ ਉਹ ਵਾਲੀ। ਵੈਸੇ ਜ਼ਿਆਦਾਤਰ ਸਾਡੇ ਕੋਲ ਹੋ ਹੀ ਜਾਂਦੀ ਹੈ ਪੂਰੀ। ਸੋ ਅਸੀਂ ਇਸ ਕੰਮ ਦੇ ਵਿੱਚ ਇੱਕ ਤਾਂ ਸਭ ਨੂੰ ਨਾਲ ਵੀ ਲਾ ਰਹੇ ਹਾਂ। ਦੂਜੀ ਗੱਲ ਜਿਹੜੀ ਪੋਲੀ ਹਾਊਸ ਦੀ ਗੱਲ, ਇੱਕ ਇਦਾਂ ਦਾ ਪ੍ਰੋਸੈਸ ਹੀ ਇਹਦਾ ਹੈਗਾ, ਮਤਲਬ ਪੋਲੀ ਹਾਊਸ ਵੀ ਹੁੰਦਾ ਹੈ ਤੇ ਇਹੀ ਚੀਜ਼ ਜਿਹੜੀ ਹੈਗੀ ਹੈ ਮੇਨਲੀ ਸਬਜ਼ੀ ਤੁਸੀਂ ਕਹਿ ਲਓ ਹੁੰਦੀ ਹੈ। ਫਿਊਚਰ ਪਲਾਨ ਕੁਝ ਸੋਚ ਰਹੀ ਹਾਂ ਇਦਾਂ ਦਾ ਕਰਨ ਬਾਰੇ? ਕਿੱਦਾਂ ਜੀ? ਸੌਰੀ, ਜਿਵੇਂ ਪੋਲੀ ਹਾਊਸ ਵਗੈਰਾ ਲਗਾਉਣ ਦੇ ਬਾਰੇ ਚ ਕੁਝ ਸੋਚ? ਹਾਊਸ ਸਾਡੇ ਮੈਮ ਆਲਰੇਡੀ ਹੈਗੇ ਵੀ ਨੇ, ਸਾਡੇ ਖੁਦ ਦੇ ਵੀ ਹੈਗੇ ਨੇ, ਲੇਕਿਨ ਪਟਿਆਲੇ ਦੇ ਵਿੱਚ ਇਸ ਟਾਈਮ ਨਾ ਸਾਡੇ ਕੋਲ ਪਟਿਆਲੇ ਦੇ ਵਿੱਚ 12-13 ਕਿੱਲੇ ਆਪਣੀ ਘਰ ਦੇ ਨਾਲ ਜਿਹੜੀ ਜ਼ਮੀਨ ਹੈ। ਕੁਝ ਜ਼ਮੀਨ ਸਾਡੀ ਰਾਜਪੁਰ ਹੈ ਔਰ ਕੁਝ ਕਪੂਰਥਲੇ ਹੈ। ਜਿਹੜੇ ਪੋਲੀ ਹਾਊਸ ਨੇ ਉਹ ਸਾਡੇ ਲੱਗੇ ਹੋਏ ਨੇ ਕਪੂਰਥਲੇ। ਉੱਥੇ ਜਿਵੇਂ ਆਪਾਂ ਖੀਰਾ ਵਗੈਰਾ ਲਾਉਂਦੇ ਹਾਂ ਪੋਲੀ ਹਾਊਸ 'ਚ ਉਹ ਲੱਗਦਾ। ਜਿਹੜੀਆਂ ਬਾਕੀ ਸਬਜ਼ੀਆਂ ਨੇ ਉਹ ਤਾਂ ਅਸੀਂ ਆਪਣੇ ਇੱਥੇ ਫਾਰਮ ਦੇ ਵਿੱਚ ਆਪ ਹੀ ਅਸੀਂ ਬਿਨਾਂ ਪੋਲੀ ਹਾਊਸ ਤੋਂ ਹੀ ਲਾਉਂਦੇ ਹਾਂ। ਟੋਟਲ ਕਿੰਨੀ ਜ਼ਮੀਨ ਤੁਸੀਂ ਇਸ ਆਰਗੈਨਿਕ ਫਾਰਮਿੰਗ ਦੇ ਲਈ ਯੂਜ਼ ਕਰ ਰਹੇ ਹੋ? ਆਪਣੇ ਕੋ ਇੱਥੇ ਘਰ ਦੇ ਨਾਲ ਇਸ ਟਾਈਮ 12 ਕਿੱਲੇ ਜ਼ਮੀਨ ਹੈ ਜੀ, ਜਿਹੜੇ ਪਟਿਆਲੇ ਹੈ। ਬਾਕੀ 4-5 ਕਿੱਲੇ ਜ਼ਮੀਨ ਆਪਣੀ ਕਪੂਰਥਲੇ ਹੈ ਜੀ, ਤੇ 6-7 ਕਿੱਲੇ ਆਪਣੀ ਰਾਜਪੁਰੇ ਦੇ ਵਿੱਚ ਵੀ ਹੈਗੀ ਹੈ ਜੀ। ਉੱਥੋਂ ਦੀ ਜਿੰਨੀ ਸਬਜ਼ੀ ਆ ਸਾਰੀ ਦੀ ਸਾਰੀ ਇਸੇ ਫੂਡ ਟਰੱਕ ਤੇ ਆਉਂਦੀ ਆ ਜੀ? ਨਹੀਂ, ਸਾਡੇ ਨਾ ਪਟਿਆਲੇ ਦੇ ਵਿੱਚ 5 ਕਾਊਂਟਰ ਨੇ ਜੀ। ਇੱਕ ਤਾਂ ਆਪਣਾ ਟਰੱਕ ਹੋ ਗਿਆ ਜੀ, 2 ਸਾਡੇ ਈ ਰਿਕਸ਼ਾ ਨੇ ਜਿਹੜੇ ਕਲੋਨੀਆਂ ਦੇ ਵਿੱਚ ਜਾਂਦੇ ਨੇ ਜੀ, ਇੱਕ ਸਾਡਾ DMW ਜਿਹੜਾ ਬ੍ਰਿਜ ਹੈ ਜੀ ਉਹਦੇ ਥੱਲੇ ਇੱਕ ਪਰਮਾਨੈਂਟ ਕਾਊਂਟਰ ਹੈ, ਇੱਕ ਸਾਡੀ ਟਰੈਕਟਰ ਤੇ ਟਰਾਲੀ ਜਾਂਦੀ ਹੈ ਅਰਬਨ ਸਟੇਟ ਬ੍ਰਿਜ ਦੇ ਥੱਲੇ। ਸਾਡੇ ਸ਼ਹਿਰ ਦੇ ਵਿੱਚ ਹੀ 5-6 ਕਾਊਂਟਰ ਨੇ, ਤਾਂ ਸਾਰਿਆਂ ਨੂੰ ਅਸੀਂ ਵੰਡ ਕੇ ਸਬਜ਼ੀ ਦੇ ਦਿੰਦੇ ਹਾਂ। ਫਿਰ ਵੀ ਜੀ ਸਾਡੀ ਸਬਜ਼ੀ ਦੀ ਲਾਗਤ ਪੂਰੀ ਨਹੀਂ ਹੁੰਦੀ, ਕਿਉਂਕਿ ਕਹਿ ਲਓ ਵੀ 6 ਕਾਊਂਟਰ ਹੋਣ ਦੇ ਬਾਵਜੂਦ ਵੀ ਅਸੀਂ ਮਤਲਬ ਡਿਮਾਂਡ ਨਹੀਂ ਪੂਰੀ ਕਰ ਪਾਉਂਦੇ। ਸਾਡੇ ਕੋਲ ਕਈ ਵੇਲੇ ਸਬਜ਼ੀ ਘੱਟ ਵੀ ਜਾਂਦੀ ਹੈ ਜੀ। ਇੱਕ ਹੋਰ ਵੀ ਜਿਹੜੀ ਚੀਜ਼ ਹੈਗੀ ਆ ਕਿ ਤੁਹਾਡੇ ਕੋਲੇ ਮਤਲਬ ਬਹੁਤ ਸਾਰੇ ਨੌਜਵਾਨ ਜਦੋਂ ਇਹ ਵੀਡੀਓ ਦੇਖਣਗੇ ਤੇ ਉਹਨਾਂ ਦੇ ਮਨ 'ਚ ਸਵਾਲ ਆਊਗਾ ਕਿ ਆਈਡੀਆ ਚੰਗਾ ਹੈ, ਟੌਰ ਵੀ ਹੈਗੀ ਆ ਖੇਤੀਬਾੜੀ ਦੇ ਵਿੱਚ, ਕਿਉਂਕਿ ਮੋਦੀ ਸਾਹਿਬ ਨੇ ਪੇਸ਼ ਕੁਝ ਇਦਾਂ ਦਾ ਕੀਤਾ ਵੀ ਕਿਸਾਨ ਤਾਂ ਪੜ੍ਹੇ ਲਿਖੇ ਨਹੀਂ ਹੋ ਸਕਦੇ ਤੇ ਐਦਾਂ ਸੂਟਡ ਬੂਟ ਤਾਂ ਬਿਲਕੁਲ ਵੀ ਨਹੀਂ ਹੋ ਸਕਦੇ। ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਡੀ ਵੀਡੀਓ ਦੇਖ ਕੇ ਸੋਚਣਗੇ ਕਿ ਕਰਨਾ ਹੈ, ਪਰ ਉਹਨਾਂ ਨੂੰ ਲੱਗੂਗਾ ਕਿ ਨਹੀਂ ਇਹ ਤਾਂ ਅਮੀਰ ਲੋਕ ਆ, 12-13 ਕਿੱਲੇ ਪੈਲੀ ਦੇ ਆ ਤੇ ਕਿੱਲੇ 2 ਕਿੱਲੇ ਵਾਲੇ ਉਹ ਕਿਵੇਂ ਸੋਚ ਸਕਦੇ ਆ? ਕੀ ਉਹ ਸੋਚ ਸਕਦੇ ਇਹਨੂੰ ਕਰਨ ਬਾਰੇ? ਤੇ ਕੀ ਖਾਸ ਜਿਹੜਾ ਉਹਨਾਂ ਨੂੰ ਮੈਸੇਜ ਦੇਣਾ ਚਾਹੋਗੇ? ਬਿਲਕੁਲ ਸੋਚ ਸਕਦੇ ਨੇ ਜੀ ਕਰਨ ਨੂੰ। ਦੇਖੋ ਜੀ, ਮੇਨ ਗੱਲ ਆਉਂਦੀ ਹੈ ਵਿਲ ਪਾਵਰ ਦੀ। ਜੇ ਜਿੱਥੇ ਚਾਹ ਉੱਥੇ ਰਾਹ। ਜੇ ਕਰਨਾ ਸ਼ੁਰੂ ਕਰੋਗੇ ਤਾਂ ਆਪੇ ਮਾਲਕ ਦੀ ਕਿਰਪਾ ਨਾਲ ਰਸਤੇ ਵੀ ਨਿਕਲਣਗੇ। ਹੁਣ ਜਿਵੇਂ ਕਿ ਵੱਡੇ ਵੀਰ ਨੇ ਤੁਹਾਨੂੰ ਦੱਸਿਆ ਕਿ ਅਸੀਂ ਲੋਕਾਂ ਨੂੰ ਵੀ ਇਸ ਕੰਮ ਦੇ ਵਿੱਚ ਲਾ ਰਹੇ ਹਾਂ, ਤਾਂ ਨਾ ਹੁਣ ਅਸੀਂ ਅਸੀਂ ਕੰਮ ਸ਼ੁਰੂ ਕੀਤਾ। ਜਿਹੜੇ ਮੰਨ ਲਓ ਸਾਡੇ ਸਰਕਲ 'ਚ ਕੁਝ ਜਿਹੜੇ ਵੀਰ ਨੇ ਸਾਡੇ, ਜਿਨ੍ਹਾਂ ਕੋਲ ਮੰਨ ਲਓ ਜ਼ਮੀਨ ਘੱਟ ਹੈ ਜਾਂ ਜਿਨ੍ਹਾਂ ਕੋਲ ਮਤਲਬ ਰਿਸੋਰਸਿਸ ਘੱਟ ਨੇ, ਅਸੀਂ ਉਹਨਾਂ ਨੂੰ ਹੌਲੀ-ਹੌਲੀ ਆਪਣੇ ਨਾਲ ਜੋੜ ਰਹੇ ਹਾਂ ਕਿ ਤੁਸੀਂ ਸਾਡੇ ਨਾਲ ਲੱਗੋ। ਸਾਡੇ ਜਿਹੜੇ ਅਸੀਂ ਤਰੀਕੇ ਅਸੀਂ ਯੂਜ਼ ਕਰਦੇ ਹਾਂ ਖੇਤੀ 'ਚ, ਉਹੀ ਤਰੀਕੇ ਤੁਸੀਂ ਯੂਜ਼ ਕਰੋ ਤੇ ਫਿਰ ਆਪਾਂ ਇਕੱਠੇ ਕੰਮ ਕਰਦੇ ਹਾਂ, ਰਲ ਕੇ ਕੰਮ ਕਰਦੇ ਹਾਂ। ਤਾਂ ਮੈਂ ਇਹ ਅਪੀਲ ਕਰਨਾ ਚਾਹੂੰਗਾ ਯੂਥ ਨੂੰ ਕਿ ਚਲੋ ਜੇ ਯੂਥ ਇਸ ਕੰਮ 'ਚ ਆਉਣਾ ਚਾਹੁੰਦੀ ਹੈ ਤਾਂ ਆਵੇ। ਔਰ ਮੇਰੀ ਅਪੀਲ ਕੁਝ ਵੱਡੇ ਜ਼ਿਮੀਂਦਾਰਾਂ ਨੂੰ ਵੀ ਹੈ ਕਿ ਜੇ ਆਪਾਂ ਕੁਝ ਇਦਾਂ ਦੇ ਪਲੇਟਫਾਰਮ ਤਿਆਰ ਕਰ ਸਕਦੇ ਹਾਂ ਕਿ ਮੰਨ ਲਓ ਇੱਕ ਕੋਲ ਜਿਹਦੇ ਕੋਲ ਰਿਸੋਰਸਿਸ ਹੈਗੀਆਂ ਨੇ ਉਹ ਸੈਟਅਪ ਤਿਆਰ ਕਰੇ ਔਰ ਬਾਕੀਆਂ ਨੂੰ ਆਪਣੇ ਨਾਲ ਲਾਏ। ਚਲੋ 1 2 3 4 ਹੌਲੀ ਕਰਦੇ ਪਲੇਟਫਾਰਮ ਸੈੱਟ ਹੋ ਜਾਣਗੇ। ਤਾਂ ਮੇਰੇ ਖਿਆਲ ਨਾਲ ਜਦੋਂ ਜ਼ਿਆਦਾ ਪੋਪੂਲੇਸ਼ਨ ਇਸ ਕੰਮ ਵੱਲ ਵਧੇਗੀ, ਨਵੇਂ ਪਲੇਟਫਾਰਮ ਤਿਆਰ ਹੋਣਗੇ, ਤਾਂ ਮੈਨੂੰ ਲੱਗਦਾ ਵੀ ਸਰਕਾਰ ਆਪਣੇ ਆਪ ਹੀ ਫੋਰਸ ਹੋ ਜਾਏਗੀ ਕਿ ਇਸ ਚੀਜ਼ ਨੂੰ ਇੱਕ ਪਰਟੀਕੂਲਰ ਪ੍ਰੋਸੀਜਰ ਦੇ ਵਿੱਚ ਲੈ ਕੇ ਆਏਗੀ ਔਰ ਕੋਈ ਸ਼ਾਇਦ ਕਾਨੂੰਨ ਜਾਂ ਕੋਈ ਸ਼ਾਇਦ ਪਾਲਿਸੀਜ਼ ਇਦਾਂ ਦੀਆਂ ਆ ਜਾਣ ਜਿਹਦੇ ਨਾਲ ਆਪਾਂ ਨੂੰ ਇੱਕ ਵਧੀਆ ਫੋਰਮ ਮਿਲ ਜਾਏ। MSP ਨੂੰ ਲੈ ਕੇ ਸਬਜ਼ੀਆਂ ਦੇ ਮਾਮਲੇ 'ਚ ਵੀ ਵੱਡਾ ਜਿਹੜਾ ਰੇਡ ਆਇਆ। ਪਿਛਲੇ ਦਿਨੀ ਤੁਸੀਂ ਦੇਖਿਆ ਕਿ ਕਿਸਾਨਾਂ ਨੇ ਸਬਜ਼ੀ ਜਿਹੜੀ ਆ ਸੜਕਾਂ ਦੇ ਉੱਤੇ ਖਿਲਾਰੀ, ਹਰ ਪਾਸਿਓਂ ਜਿਹੜਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਖਾਦਾਂ ਦੀ ਜਿਹੜੀ ਆ ਕੀਮਤ ਵਧਾਈ ਜਾ ਰਹੀ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਕੀ ਲੱਗਦਾ ਹੈ ਕਿ ਪੰਜਾਬ ਦਾ ਭਵਿੱਖ ਕਿਵੇਂ ਦਾ ਨਜ਼ਰ ਆ ਰਿਹਾ? ਕਿ ਕਿਸਾਨ ਜਿਹੜੀਆਂ ਚੀਜ਼ਾਂ ਵੱਲ ਸਾਨੂੰ ਪਹਿਲਾਂ ਮੁੜਨਾ ਚਾਹੀਦਾ ਸੀ ਉਹਦੇ ਵੱਲ ਹੁਣ ਸਰਕਾਰ ਤੋਂ ਅੱਕੇ ਹੋਏ ਮੁੜ ਆਉਣਗੇ, ਜਾਂ ਫਿਰ ਤੁਹਾਡੇ ਵਰਗੇ ਜਿਹੜੇ ਲੋਕ ਹੈਗੇ ਆ ਉਹ ਕੁਝ ਪਲੇਟਫਾਰਮ ਆਪਣੇ ਆਪ ਹੀ ਤਿਆਰ ਕਰਕੇ ਹੋਰ ਨੌਜਵਾਨਾਂ ਨੂੰ ਰਾਹ ਦਿਖਾਉਣਗੇ? ਜਦੋਂ ਇਹ ਕਿਸਾਨੀ ਮੋਰਚਾ ਸ਼ੁਰੂ ਹੋਇਆ ਸੀ ਨਾ, ਉਹਦੇ ਇੱਕ ਵੀਡੀਓ ਆਈ ਸੀਗੀ ਕਿ 7 ਰੁਪਏ ਦੀ ਮੱਕੀ ਦਾ ਜਿਹੜਾ ਆਟਾ ਸੀਗਾ, 7 ਰੁਪਏ ਕਿਲੋ ਮੱਕੀ ਦਾ, ਉਹ 150 ਰੁਪਏ ਲੱਗਿਆ ਹੋਇਆ ਸੀ ਇੱਕ ਰਿਲਾਇੰਸ ਮਾਰਟ ਦੇ ਵਿੱਚ, ਕੁਛ ਇੱਦਾਂ ਸੀਗਾ। ਇੱਥੋਂ ਆਪਾਂ ਸਿੱਧਾ ਅੰਦਾਜ਼ਾ ਲਾ ਸਕਦੇ ਹਾਂ ਕਿ ਇਹਨਾਂ ਲੋਕਾਂ ਨੇ ਆਮ ਬੰਦੇ ਨੂੰ ਜੀਣ ਨਹੀਂ ਦੇਣਾ। ਸੋ ਆਪਣੇ ਆਪ ਨੂੰ ਇੱਥੇ ਕਰਨਾ ਪੈਣਾ, ਤੁਹਾਨੂੰ ਆਪਣੇ ਆਪ ਨੂੰ ਖੜਾ ਕਰਨਾ ਪੈਣਾ, ਸਟੈਂਡ ਕਰਨਾ ਪੈਣਾ, ਠੀਕ ਹੈ। ਜ਼ਰੂਰੀ ਗੱਲ ਐਸੈਂਸ਼ੀਅਲ ਦਾ ਕੰਮ ਹੈ ਜੀ, ਜਿਵੇਂ ਤੁਸੀਂ ਕਹਿ ਲੈਂਦੇ ਕਿ ਆਪਾਂ ਐਸੈਂਸ਼ੀਅਲ ਦਾ ਕੰਮ ਹੈ, ਰੋਜ਼ ਦਾ ਕੰਮ ਹੈ, ਇਹ ਸਭ ਨੂੰ ਕਰਨਾ ਚਾਹੀਦਾ। ਜਿਵੇਂ ਜਿਹੜੇ ਖੇਤੀਬਾੜੀ ਦੇ ਵਿੱਚ ਹੈਗੇ ਨੇ, ਕਿਉਂਕਿ ਇਹ ਕੰਮ ਕਦੀ ਬੰਦ ਹੋਣ ਵਾਲਾ ਨਹੀਂ ਹੈਗਾ। ਕਿ ਮੰਨ ਲਓ ਜਿਵੇਂ ਹੁਣ ਆਫ ਸੀਜ਼ਨ ਹੋ ਗਿਆ, ਲੋਕ ਘਰਾਂ ਦੇ ਵਿੱਚ ਵੜ ਕੇ ਤਾਂ ਰੋਟੀ ਤਾਂ ਖਾਣਗੇ ਹੀ ਨਾ,
ਸੋ ਇਸ ਕੰਮ ਵੱਲ ਤੁਹਾਨੂੰ ਆਉਣਾ ਚਾਹੀਦਾ। ਮੈਂ ਤਾਂ ਕਹਿੰਦਾ ਸਾਰੇ ਮੇਰੇ ਯੂਥ ਲੋਕਾਂ ਨੂੰ, ਮੇਰੇ ਯੂਥ ਭਰਾਵਾਂ ਨੂੰ, ਸਭ ਨੂੰ ਇਹ ਇੱਕ ਪਾ ਲਓ, ਕਹਿ ਲਓ ਕਿ ਇੱਕ ਬੇਨਤੀ ਹੈ ਕਿ ਇਸ ਕੰਮ ਨੂੰ ਤੁਸੀਂ ਛੋਟਾ ਕੰਮ ਨਾ ਸਮਝੋ ਜਾਂ ਖੇਤੀਬਾੜੀ ਨੂੰ ਤੁਸੀਂ ਇੱਦਾਂ ਨਾ ਸਮਝੋ। ਆਪਾਂ ਹੀ ਸਾਹਮਣਾ ਅੱਗੇ ਪੰਜਾਬ ਦੀ ਬਾਗਡੋਰ ਕਹਿ ਲਓ ਕਿ ਆਪਣੇ ਹੱਥ 'ਚ ਆਉਣ ਸਾਰਿਆਂ ਦੇ, ਇਹਨੂੰ ਆਪਾਂ ਹੀ ਸਾਹਮਣਾ ਆਉਣ ਅੱਗੇ। ਇਹਦੇ 'ਚ ਨਾ ਜੀ ਮੈਂ ਇੱਕ ਚੀਜ਼ ਹੋਰ ਐਡ ਕਰਨਾ ਚਾਹੂੰਗਾ, ਜਿਵੇਂ ਕੰਮ ਦੀ ਗੱਲ ਹੋਈ ਹੈ ਕਿ ਬਹੁਤ ਵਧੀਆ ਕੰਮ ਹੈ। ਤੁਸੀਂ ਦੇਖ ਲਓ ਜੀ, ਮੰਨ ਲਓ ਪਿਛਲੇ ਸਾਲ ਇੱਕ ਮਹਾਮਾਰੀ ਆਈ ਜਿਹੜੀ ਆਪਾਂ ਹੁਣ ਤੱਕ ਵੀ ਜਿਹਦੇ ਨਾਲ ਆਪਾਂ ਸਟਰਗਲ ਕਰ ਰਹੇ ਹਾਂ, ਕੋਈ ਐਸਾ ਕੰਮ ਨਹੀਂ ਜਿਹੜਾ ਇਫੈਕਟ ਨਾ ਹੋਇਆ ਹੋਵੇ। ਵੱਡਾ ਛੋਟਾ ਕੰਮ, ਸਾਰੇ ਕੰਮ ਇੱਕ ਟਾਈਮ ਤੇ ਬੰਦ ਹੋ ਗਏ, ਹਰੇਕ ਕੁਝ ਮਤਲਬ ਲੋਕ ਘਰਾਂ 'ਚ ਸੀਮਿਤ ਹੋ ਕੇ ਰਹਿ ਗਏ, ਪਰ ਫਿਰ ਵੀ ਇੱਕ ਖਾਣ ਪੀਣ ਦਾ, ਸਬਜ਼ੀਆਂ ਦਾ, ਕਣਕ ਦਾ, ਦੁੱਧ ਦਾ, ਇਹ ਜਿਹੜੇ ਬੇਸਿਕ ਕੰਮ ਨੇ, ਇਹ ਕਿੱਦਾਂ ਦਾ ਕੰਮ ਹੈ ਜਿਹਨੂੰ ਕਰੋਨਾ ਵੀ ਬੰਦ ਨਹੀਂ ਕਰ ਸਕਿਆ। ਇਹ ਕਿੱਦਾਂ ਦਾ ਕੰਮ ਹੈ ਜਿਹੜਾ ਲੋਕਡਾਊਨ ਦੇ ਵਿੱਚ ਵੀ 24/7 ਇਹ ਕੰਮ ਚੱਲਦਾ ਰਿਹਾ। ਅਸੀਂ ਹੁਣ ਵੀ ਮੰਨ ਲਓ ਆਪਾਂ ਦੇਖ ਰਹੇ ਹਾਂ, ਮੰਨ ਲਓ 5 ਵਜੇ ਕਰਫਿਊ ਲੱਗਦਾ, ਉਸ ਤੋਂ ਬਾਅਦ ਵੀ ਜਿਹੜੀਆਂ ਐਸੈਂਸ਼ੀਅਲ ਚੀਜ਼ਾਂ ਨੇ ਉਹ ਖੁੱਲੀਆਂ ਰਹਿੰਦੀਆਂ ਨੇ। ਤਾਂ ਆਪਾਂ ਨੂੰ ਇੱਥੋਂ ਹੀ ਅੰਦਾਜ਼ਾ ਲਾ ਲੈਣਾ ਚਾਹੀਦਾ ਵੀ ਕਿਸਾਨੀ ਵਰਗੀ ਟੌਰ ਵਾਲਾ ਫਿਰ ਕੰਮ ਕਿਹੜਾ ਹੋਇਆ। ਇਹ ਤਾਂ ਕੰਮ ਹੀ ਇੰਨਾ ਟੌਰ ਦਾ ਕਿ ਇਹਨੂੰ ਤਾਂ ਕੋਈ ਬਿਮਾਰੀ ਵੀ, ਕੋਈ ਸਰਕਾਰ ਨਹੀਂ ਇਹਨੂੰ ਬੰਦ ਕਰ ਸਕਦੀ। ਇੰਨਾ ਟੌਰੀ ਕੰਮ ਹੈ, ਆਪਾਂ ਖੁਦ ਹੀ ਇਹਨੂੰ ਇੰਨਾ ਨਿੰਦਿਆ ਹੋਇਆ। ਮੈਂ ਪਹਿਲਾਂ ਵੀ ਇੱਕ ਜਗ੍ਹਾ ਤੇ ਗੱਲ ਕਰਦਾ ਪਿਆ ਸੀਗਾ, ਮਤਲਬ ਅੱਜ ਕੱਲ੍ਹ ਦੇ ਯੂਥ ਨਾਲ, ਜਿਵੇਂ ਅਸੀਂ ਯੂਥ ਹਾਂ, ਅਸੀਂ ਕਾਲਜ ਜਾਂਦੇ ਹਾਂ, ਅਸੀਂ ਪੜ੍ਹਦੇ ਹਾਂ, ਲੋਕਾਂ ਨਾਲ ਵਿਚਰਦੇ ਹਾਂ, ਗੱਲਬਾਤ ਹੁੰਦੀ ਹੈ। ਇੱਕ ਬੜੀ ਵੱਡੀ ਚੀਜ਼ ਜਿਹੜੀ ਨਾ ਨੋਟ ਕਰਨ ਨੂੰ ਮਿਲਦੀ ਹੈ ਕਿ ਜਿਹੜੀ ਪ੍ਰੋਬਲਮ, ਜਿਹੜੀ ਰੂਟ ਪ੍ਰੋਬਲਮ ਹੈ, ਜਿੱਥੋਂ ਪ੍ਰੋਬਲਮ ਸ਼ੁਰੂ ਹੁੰਦੀ ਹੈ, ਉਹ ਇਹ ਹੈ ਸਰਕਾਰਾਂ ਬਾਅਦ ਚੋਂ ਆਉਂਦੀਆਂ ਨੇ, ਪਾਲਿਸੀਜ਼ ਬਾਅਦ ਚੋਂ ਆਉਂਦੀਆਂ ਨੇ, ਹਰੇਕ ਚੀਜ਼ ਬਾਅਦ ਚ ਆਉਂਦੀ ਹੈ। ਗੱਲ ਹਮੇਸ਼ਾ ਘਰ ਤੋਂ ਸ਼ੁਰੂ ਹੁੰਦੀ ਹੈ। ਆਪਣੇ ਘਰ ਦੇ ਵਿੱਚ ਜਿਹੜੀ ਰੂਟ ਪ੍ਰੋਬਲਮ ਹੈ, ਉਹ ਕਿਤੇ ਨਾ ਕਿਤੇ ਇਹ ਵੀ ਹੈ ਕਿ ਜਿਹੜੀਆਂ ਵੱਡੀਆਂ ਪੀੜ੍ਹੀਆਂ ਨੇ ਨਾ, ਉਹ ਖੁਦ ਹੀ ਇਸ ਕੰਮ ਨੂੰ ਬਹੁਤ ਨਿੰਦ ਦਿੰਦੀਆਂ ਨੇ। ਆਪਾਂ ਬੱਚਿਆਂ ਨੂੰ ਕਹਿ ਦਿੰਦੇ ਆ, ਯਾਰ ਪੜ੍ਹ ਲੈ, ਨਹੀਂ ਤਾਂ ਮੇਰੇ ਵਾਂਗੂ ਖੇਤਾਂ 'ਚ ਧੱਕੇ ਖਾਏਗਾ, ਪੜ੍ਹ ਲੈ ਨਹੀਂ ਤਾਂ ਸਾਰੀ ਉਮਰ ਕਈ ਵਾਏਗਾ, ਟਰੈਕਟਰ ਨਾਲ ਖੇਤ ਵਾਏਗਾ। ਫਿਰ ਜਦੋਂ ਮੈਨੂੰ ਸ਼ੁਰੂ ਤੋਂ ਹੀ ਇਹ ਚੀਜ਼ਾਂ ਸੁਣਨ ਨੂੰ ਮਿਲਦੀਆਂ ਨੇ, ਤਾਂ ਫਿਰ ਮੇਰਾ ਕਦੀ ਵੀ ਇਸ ਕੰਮ ਵੱਲ ਇੰਟਰਸਟ ਬਣੇਗਾ ਹੀ ਨਹੀਂ, ਕਿਉਂਕਿ ਮੈਨੂੰ ਆਪਣੇ ਫਾਦਰ ਤੋਂ ਜਾਂ ਆਪਣੀ ਫੈਮਿਲੀ ਤੋਂ ਹੀ ਸੁਣਨ ਨੂੰ ਮਿਲ ਰਿਹਾ ਕਿ ਯਾਰ ਇਹ ਕੰਮ ਵਧੀਆ ਨਹੀਂ ਹੈਗਾ। ਤਾਂ ਖੁਦ ਫਿਰ ਮੇਰੀ ਇੰਕਲੀਨੇਸ਼ਨ ਕਿਸੇ ਹੋਰ ਚੀਜ਼ ਵੱਲ ਜਾਏਗੀ ਕਿ ਯਾਰ ਖੇਤੀ ਨਹੀਂ ਕਰਨੀ, ਆਪਾਂ ਐਂ ਕਰਦੇ ਹਾਂ ਬਾਹਰ ਚੱਲਦੇ ਹਾਂ। ਪਰ ਉਤੋਂ ਇਹ ਦਿੱਲੀ ਬੈਠੇ ਬਜ਼ੁਰਗ ਇਹ ਵੀ ਕਹਿੰਦੇ ਕਿ ਅਸੀਂ ਤੁਹਾਡੀ ਖਾਤਰ ਇੱਥੇ ਬੈਠੇ ਹਾਂ ਤਾਂ ਕਿ ਤੁਹਾਡੇ ਲਈ ਖੇਤੀ ਬਚੀ ਰਹੇ ਜੀ। ਇਹ ਵੀ ਹੈ, ਇਹ ਬਹੁਤ ਵੱਡੀ ਪ੍ਰੋਬਲਮ ਹੈ। ਤਾਂ ਕਰਕੇ ਨਾ ਯੂਥ ਨੂੰ ਇੱਕ ਕਲੈਰਿਟੀ ਨਹੀਂ ਮਿਲਦੀ ਕਿ ਕਰੀਏ ਕੀ। ਇੱਕ ਪਾਸੇ ਆਪਾਂ ਕਹਿ ਰਹੇ ਹਾਂ ਕਿ ਯਾਰ ਇਹ ਕੰਮ ਠੀਕ ਨਹੀਂ ਹੈਗਾ, ਵੀ ਤੁਸੀਂ ਪੜ੍ਹ ਲਓ, ਕੁਝ ਕਰ ਲਓ, ਕਿਤੇ ਨੌਕਰੀ ਲੱਗ ਜਾਓ, ਬਾਹਰ ਚਲੇ ਜਾਓ, ਕਰ ਲਓ। ਇੱਕ ਪਾਸੇ ਆਪਾਂ ਕਹਿ ਰਹੇ ਹਾਂ ਕਿ ਅਸੀਂ ਲੜਾਈ ਤੁਹਾਡੇ ਲਈ ਲੜ ਰਹੇ ਹਾਂ। ਤਾਂ ਯੂਥ ਲਈ ਇੱਕ ਬੜਾ ਕਲੀਅਰ ਪਲੇਟਫਾਰਮ ਆਪਾਂ ਨੂੰ ਸੈੱਟ ਕਰਨ ਦੀ ਲੋੜ ਹੈ ਕਿ ਆਪਾਂ ਇਸ ਕੰਮ ਨੂੰ ਨਿੰਦੀਏ ਨਾ, ਕਿ ਆਪਾਂ ਆਪਣੇ ਨਵੀਂ ਪੀੜ੍ਹੀ ਨੂੰ ਆਪਾਂ ਕਹੀਏ ਕਿ ਯਾਰ ਇਹ ਕੰਮ ਠੀਕ ਨਹੀਂ ਹੈ, ਸਗੋਂ ਉਹਨਾਂ ਨੂੰ ਪ੍ਰੇਰਿਤ ਕਰੀਏ। ਮਾਫ ਕਰਨਾ ਮੈਂ ਕੱਟ ਦਿੱਤਾ। ਇਹਦੇ ਨਾਲ ਹੀ ਇੱਕ ਜੁੜਵਾਂ ਸਵਾਲ ਇਹ ਹੈ ਕਿ ਫਸਲੀ ਜਿਹੜਾ ਚੱਕਰ ਉਹ ਬਦਲਣਾ ਕਿੰਨਾ ਜ਼ਰੂਰੀ ਹੈ। ਲੱਗਦਾ ਹੈ ਕਿ ਇਸ ਚੀਜ਼ ਨੇ ਵੀ ਕਿਤੇ ਨਾ ਕਿਤੇ ਸਾਡੀ ਆਰਥਿਕਤਾ ਨੂੰ ਢਾਹ ਲਾਈ ਆ। ਅਸੀਂ ਦੇਸ਼ ਨੂੰ ਤਾਂ ਬਹੁਤ ਅੱਗੇ ਲੈ ਗਏ, ਜਿਹੜੇ ਦੇਸ਼ ਦੂਜੇ ਦੇਸ਼ਾਂ ਤੋਂ ਮੰਗਦਾ ਹੁੰਦਾ ਸੀ ਉਹ ਦੇਣ ਵਾਲਾ ਕਰ ਦਿੱਤਾ। ਪਰ ਇਸ ਵੇਲੇ ਅਸੀਂ ਜਿਹੜੇ ਮੁਕਾਮ ਤੇ ਆ ਕੇ ਖੜ ਗਏ ਆ, ਜੇ ਦਿੱਲੀ ਧੂੰਆਂ ਪਹੁੰਚ ਜਾਂਦਾ, ਉਹ ਪੰਜਾਬ ਦੇ ਕਿਸਾਨ ਧੂੰਆਂ ਕਰ ਦਿੰਦੇ, ਉੱਥੋਂ ਦੇ ਪੋਲਿਊਸ਼ਨ ਤੇ ਕੋਈ ਕਿੰਤੂ ਪਰੰਤੂ ਨਹੀਂ ਆ। ਪਾਣੀ ਥੱਲੇ ਚੱਲਾ ਗਿਆ, ਪੰਜਾਬ ਦੇ ਕਿਸਾਨਾਂ ਨੂੰ ਥੱਲੇ ਭੇਜ ਦਿੱਤਾ। ਇਹ ਲੱਗਦਾ ਨਹੀਂ ਕਿ ਫਸਲੀ ਚੱਕਰ ਵੀ ਹੁਣ ਬਦਲਣ ਦੀ ਲੋੜ ਆ? ਬਿਲਕੁਲ ਜੀ, ਚੱਕਰ ਕਰਨ ਦੀ ਲੋੜ ਹੈ। ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਚੇਂਜ ਹੈ ਨਾ ਜਿਹੜੀ, ਉਹ ਇੱਕ ਮੰਨ ਲਓ ਸੰਸਾਰ ਦੀ ਨੈਸੈਸਿਟੀ ਹੈ। ਕੋਈ ਵੀ ਚੀਜ਼ ਕਦੀ ਵੀ ਇੱਕ ਸਟੈਗਨੈਂਟ ਪੋਜੀਸ਼ਨ ਤੇ ਖੜੀ ਨਹੀਂ ਰਹਿ ਸਕਦੀ, ਉਹਨੂੰ ਸਮੇਂ ਨਾਲ ਬਦਲਣਾ ਹੀ ਪਏਗਾ। ਕਿਉਂਕਿ ਚਲੋ ਮੈਂ ਅੱਜ ਕਹਿ ਦਾਂਗਾ ਵੀ ਮੈਂ ਇਦਾਂ ਹੀ ਕੰਮ ਕਰਨਾ, ਕੱਲ ਨੂੰ ਹੋ ਸਕਦਾ ਸਿਚੁਏਸ਼ਨਾਂ ਹੀ ਇਦਾਂ ਬਣ ਜਾਣ। ਹੁਣ ਮੰਨ ਲਓ ਕਰੋਨਾ ਤੋਂ ਪਹਿਲਾਂ ਕਈ ਜਿਹੜੇ ਤਰੀਕੇ ਸੀਗੇ ਕੰਮ ਕਰਨ ਦੇ, ਉਹ ਕਰੋਨਾ ਦੇ ਆਉਣ ਕਰਕੇ ਬਦਲ ਗਏ, ਬਦਲ ਨਹੀਂ ਪਏ ਕਿਉਂਕਿ ਸਿਚੁਏਸ਼ਨਾਂ ਹੀ ਇਦਾਂ ਦੀਆਂ ਬਣ ਗਈਆਂ। ਸੋ ਚੇਂਜ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਸੇ ਵੀ ਕੰਮ 'ਚ। ਜੇ ਅਸੀਂ ਆਪਣੀ ਗੱਲ ਕਰੀਏ ਤਾਂ ਅਸੀਂ ਵੀ ਪਹਿਲਾਂ ਮੰਨ ਲਓ ਕਣਕ ਵੀ ਲਾਉਂਦੇ ਸੀ, ਅਸੀਂ ਪਹਿਲਾਂ ਝੋਨਾ ਲਾਉਂਦੇ ਸੀਗੇ, ਜੋ ਟ੍ਰੈਡੀਸ਼ਨਲ ਆਪਣੀ ਖੇਤੀ ਇੱਥੇ ਹੁੰਦੀ ਹੈ। ਅਸੀਂ ਪਹਿਲਾਂ ਉਹ ਕਰਦੇ ਸੀਗੇ। ਅਸੀਂ ਜਦੋਂ ਇਸ ਕੰਮ ਵੱਲ ਆਏ, ਸਾਨੂੰ ਸੁਣਨ ਨੂੰ ਮਿਲਿਆ ਕਿ ਯਾਰ ਇਹ ਕੰਮ ਨਾ ਹੋਣਾ ਨਹੀਂ ਤੁਹਾਡੇ ਤੋਂ, ਕਿਉਂਕਿ ਔਖਾ। ਕਿਉਂਕਿ ਦੇਖੋ ਜੀ ਔਖਾ ਹੈ। ਹੁਣ ਜਿਹੜਾ ਕਣਕ ਝੋਨਾ ਹੈ ਉਹਦੇ 'ਚ ਆਪਾਂ ਪਾਣੀ ਲਾਉਣਾ ਹੈ, ਮੰਨ ਲਓ ਖਾਦ ਪਾਉਣੀ ਹੈ, ਖਤਮ, ਆਪਾਂ ਆ ਗਏ ਵਾਪਸ, ਫਿਰ ਵਾਢੀ ਵੇਲੇ ਆਪਾਂ ਜਾਣਾ। ਜਿਹੜਾ ਸਬਜ਼ੀ ਵਾਲਾ ਕੰਮ ਹੈ, ਤੁਹਾਨੂੰ ਡੇਲੀ 3 ਟਾਈਮ ਗੇੜਾ ਮਾਰਨਾ ਪੈਂਦਾ ਜੀ ਖੇਤਾਂ 'ਚ। ਤੁਹਾਨੂੰ ਦੇਖਣਾ ਪਏਗਾ ਕਿ ਕਿਹੜੀ ਸਬਜ਼ੀ ਨੂੰ ਪਾਣੀ ਲੱਗਣ ਵਾਲਾ ਹੈ, ਕਿਹੜੀ ਸਬਜ਼ੀ ਦੀ ਗੋਡੀ ਹੋਣ ਵਾਲੀ ਹੈ, ਕਿਹੜੀ ਨੂੰ ਚਲੋ ਹੁਣ ਆਪਾਂ ਖਾਦ ਪਾਣੀ ਹੈ ਜਾਂ ਕਿਹੜੀ ਨੂੰ ਆਪਾਂ ਕੁਝ ਕਰਨਾ ਹੈ। ਇਹ ਮਤਲਬ ਕਹਿ ਲਓ ਵੀ ਬੱਚਿਆਂ ਵਾਂਗੂ ਪਾਲਣੀ ਪੈਂਦੀ ਹੈ। ਇਹ ਔਖਾ ਕੰਮ ਜ਼ਰੂਰ ਹੈ, ਪਰ ਕਰਨਾ ਹੈ, ਕਿਉਂਕਿ ਆਪਾਂ ਹੀ ਕਰਨਾ ਤਾਂ ਹੋਰ ਕਿਹਨੇ ਕਰਨਾ। ਤਾਂ ਆਪਾਂ ਨੂੰ ਨਵੇਂ-ਨਵੇਂ ਐਕਸਪੈਰੀਮੈਂਟਸ ਕਰਨੇ ਚਾਹੀਦੇ ਨੇ, ਨਵੀਆਂ ਚੇਂਜਸ ਕਰਨੀਆਂ। ਹੋ ਸਕਦਾ ਕਿਸੇ ਵੇਲੇ ਨੁਕਸਾਨ ਵੀ ਹੋਵੇ, ਪਰ ਉਹਦੇ 'ਚੋਂ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ। ਜਦੋਂ ਅਸੀਂ ਪਹਿਲੀ ਵਾਰ ਇਹ ਕੰਮ ਸ਼ੁਰੂ ਕੀਤਾ ਸੀ, ਕਿਸੇ ਦੀ ਸਲਾਹ ਨਾਲ ਹੀ ਮੰਨ ਲਓ ਅਸੀਂ ਨਵੀਆਂ ਟੈਕਨੀਕਸ ਜਿਹੜੀਆਂ ਸੀ, ਕਿਉਂਕਿ ਸਾਨੂੰ ਨਹੀਂ ਸੀ ਪਤਾ, ਕਿਸੇ ਦੀ ਸਲਾਹ ਨਾਲ ਮੰਨ ਲਓ ਅਸੀਂ ਸ਼ੁਰੂ ਕੀਤਾ ਕਿ ਅੱਛਾ ਆਹ ਚੀਜ਼ ਨੂੰ ਆਪਾਂ ਇਦਾਂ ਕਰ ਲੈਂਦੇ ਹਾਂ। ਉਹਦੇ 'ਚੋਂ ਮੰਨ ਲਓ ਥੋੜਾ ਫਾਇਦਾ ਵੀ ਹੋਇਆ, ਥੋੜਾ ਨੁਕਸਾਨ ਵੀ ਹੋਇਆ। ਫਿਰ ਸਾਨੂੰ ਖੁਦ ਨੂੰ ਪਤਾ ਲੱਗਣ ਲੱਗ ਗਿਆ ਕਿ ਯਾਰ ਆਹ ਜੇ ਆਪਾਂ ਇਦਾਂ ਕਰ ਲਈਏ ਤਾਂ ਇਦਾਂ। ਹੁਣ ਮੰਨ ਲਓ ਆਪਾਂ ਖੇਤਾਂ ਵਿੱਚ ਦੇਖਦੇ ਹਾਂ ਕਈ ਨਵੀਆਂ ਟੈਕਨੀਕਸ, ਜਿਵੇਂ ਹੁਣ ਕਿਸਾਨ ਕਰਦੇ ਨੇ, ਮੰਨ ਲਓ ਟਮਾਟਰਾਂ ਨੂੰ ਉੱਪਰ ਉੱਚਾ ਕਰਕੇ ਬੰਨ੍ਹ ਦੇਣਾ, ਕਰੇਲੇ ਨੂੰ ਬੰਨ੍ਹ ਦੇਣਾ, ਤੋਰੀ ਨੂੰ ਉੱਪਰ ਦੀ ਕੱਟ ਕੇ ਨੈੱਟ ਦਾ ਪਾ ਕੇ ਬੰਨ੍ਹ ਦੇਣਾ। ਇਹ ਸਿੱਖ ਕੇ, ਇਹ ਪਹਿਲਾਂ ਤਾਂ ਨਹੀਂ ਸੀ ਲਿਖੀਆਂ। ਇਹ ਜਦੋਂ ਆਪਾਂ ਐਕਸਪੈਰੀਮੈਂਟ ਕੀਤੇ, ਜਦੋਂ ਆਪਾਂ ਨੂੰ ਲੱਗਿਆ ਕਿ ਯਾਰ ਉੱਦਾਂ ਤਾਂ ਥੱਲੇ ਲਾ ਕੇ ਗਲ ਜਾਂਦੀ ਹੈ, ਇਹਨੂੰ ਉੱਪਰ ਚੱਕੀਏ ਤਾਂ ਫਿਰ ਸ਼ਾਇਦ ਠੀਕ ਹੋਵੇ। ਐਕਸਪੈਰੀਮੈਂਟਾਂ ਨੇ ਆਪਾਂ ਨੂੰ ਸਿਖਾਇਆ। ਤਾਂ ਜੇ ਆਪਾਂ ਚੇਂਜ ਕਰਾਂਗੇ ਹੌਲੀ-ਹੌਲੀ ਤਾਂ ਚਲੋ ਨੁਕਸਾਨ ਹੋਊਗਾ, ਲੇਕਿਨ ਅਗਲੀ ਵਾਰੀ ਫਾਇਦਾ ਵੀ ਹੋਊਗਾ। ਸੋ ਚੇਂਜ ਮੈਂ ਕਹਿੰਦਾ ਬਹੁਤ ਜ਼ਰੂਰੀ ਆ ਔਰ ਸਭ ਨੂੰ ਕਰਨਾ ਚਾਹੀਦਾ। ਮੇਰਾ ਆਖਰੀ ਜਿਹੜਾ ਸਵਾਲ ਹੈ ਕਿ
ਕਾਲਜ ਵੀ ਜਾਂਦੇ ਹੋ ਤੇ ਦੋਸਤ ਮਿੱਤਰ ਤੇ ਰਿਸ਼ਤੇਦਾਰ ਪਿੰਡ ਦੇ ਲੋਕ ਕਿਵੇਂ ਦਾ ਰਿਸਪੌਂਸ ਕਿਵੇਂ ਦਾ ਮਿਲਦਾ ਹੈ? ਨਹੀਂ, ਬਹੁਤ ਵਧੀਆ ਰਿਸਪੌਂਸ ਹੈ, ਬਹੁਤ ਵਧੀਆ ਰਿਸਪੌਂਸ ਹੈ। ਲੋਕਾਂ ਨੇ ਕਾਫੀ ਐਪਰੀਸ਼ੀਏਟ ਵੀ ਕੀਤਾ ਸਾਨੂੰ, ਮੇਰੇ ਯਾਰਾਂ ਦੋਸਤਾਂ ਨੇ ਕਾਫੀ ਮੈਨੂੰ ਐਪਰੀਸ਼ੀਏਟ ਕੀਤਾ ਕਿ ਚਲੋ ਤੁਸੀਂ ਸਾਡੇ ਕੋਲ ਸਭ ਤੋਂ ਵੱਡੀ ਗੱਲ ਮਿਲਣ ਬਹੁਤ ਆਉਂਦੇ ਨੇ ਇੱਥੇ, ਸਭ ਸਾਨੂੰ ਵਿਜ਼ਿਟ ਕਰਨ ਆਉਂਦੇ ਨੇ ਕਾਫੀ ਦੂਰੋਂ ਦੂਰੋਂ। ਮੇਰੇ ਦੋਸਤ ਮੰਨ ਲਓ ਜਲੰਧਰ ਤੋਂ, ਦੂਜੇ ਸਟੇਟਾਂ ਵਿੱਚੋਂ ਦੇਖਣ ਵਾਸਤੇ ਮੇਰੇ ਕੋਲ ਆ ਰਹੇ ਨੇ ਵੀ ਤੁਸੀਂ ਕੀ ਕੀਤਾ ਕੰਮ, ਅਸੀਂ ਦੇਖਣਾ ਚਾਹੀਦਾ। ਬਹੁਤ ਭਰਵਾਂ ਹੁੰਗਾਰਾ ਇਹ ਚੀਜ਼ਾਂ ਸਾਨੂੰ ਫਿਰ ਉਸ ਤੋਂ ਬਾਅਦ ਪੁਸ਼ ਵੀ ਦਿੰਦੀਆਂ ਨੇ ਕਿ ਅਸੀਂ ਹੋਰ ਵਧੀਆ ਕਰਨਾ। ਹੋਰ ਇਹ ਦੋਨੋਂ ਭਰਾਵਾਂ ਦਾ ਸੁਪਨਾ ਤਾਂ ਨਹੀਂ ਕੈਨੇਡਾ ਜਾਣ ਦਾ? ਅਸੀਂ ਐਕਚੁਅਲੀ ਮੈਂ ਕੈਨੇਡਾ ਰਿਟਰਨ ਹੈ, ਯੂਕੇ ਰਿਟਰਨ ਹੈ। ਅੱਛਾ, ਉਸ ਤੋਂ ਬਾਅਦ ਹੁਣ ਆ ਕੇ ਪੜ੍ਹਾਈ ਕਰ ਰਹੇ ਹੋ ਤੇ ਜੀ ਮੈਂ ਕਰੰਟਲੀ ਲਾਅ ਸਟੂਡੈਂਟ ਆ। ਮੈਂ ਇੱਥੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਦੇ ਵਿੱਚ ਮੈਂ ਲਾਅ ਸਟੂਡੈਂਟ ਆ ਤੇ ਇਹਨਾਂ ਨੇ ਹੁਣੇ ਇਸ ਸਾਲ MBA ਕੰਪਲੀਟ ਕੀਤੀ ਹੈ, ਤਾਂ ਅਸੀਂ ਦੋਨੇ ਪੜ੍ਹਾਈ ਵੀ ਕਰ ਰਹੇ ਹਾਂ ਤੇ ਨਾਲ ਤੁਸੀਂ ਘੁੰਮਣ ਗਏ ਸੀ ਜਾਂ ਰਹਿਣ ਦੇ ਲਈ ਗਏ ਸੀ ਉੱਥੇ ਹੀ? ਨਹੀਂ, ਮੈਂ ਦੋਵੇਂ ਕੰਮ ਚੱਲਦੇ। ਪਹਿਲਾਂ ਮੈਂ ਉੱਥੇ ਰਿਹਾ ਵੀ ਹਾਂ ਥੋੜੇ ਟਾਈਮ, ਉਸ ਤੋਂ ਬਾਅਦ ਜਦੋਂ ਮੈਂ ਦੇਖਿਆ ਮੈਂ ਕਿਹਾ ਯਾਰ ਵੀ ਨਹੀਂ, ਸਾਡੇ ਮਤਲਬ ਦਾ ਇੱਥੇ ਹੈ ਨਹੀਂ ਸਮਾਨ, ਠੀਕ ਹੈ। ਜਿਵੇਂ ਕਹਿੰਦੇ ਨੇ ਕਿ ਸਰਦਾਰੀ ਠਾਠ ਆਪਣੇ ਪੰਜਾਬ 'ਚ ਹੀ ਹੁੰਦੇ ਨੇ। ਹੁਣ ਤੁਹਾਡੀ ਵੀਡੀਓ ਦੇਖ ਕੇ ਬਹੁਤ ਸਾਰੇ ਮੱਥੇ ਦੇ ਹੱਥ ਮੰਨ ਗਏ ਓ। ਠੀਕ ਹੈ, ਸੋ ਬਾਹਰ ਦਾ ਵੀ ਐਕਸਪੀਰੀਅੰਸ ਹੈ। ਮੈਂ ਬੇਸਿਕਲੀ ਮੈਂ ਬ੍ਰਿਟਿਸ਼ ਸਿਟੀਜ਼ਨ ਆ ਬਾਈ ਬਰਥ, ਮੇਰਾ ਉੱਥੇ ਦਾ ਬਰਥ ਹੈ, ਲੇਕਿਨ ਹੁਣ ਅਸੀਂ ਰਹਿੰਦੇ ਇੱਥੇ ਆ। ਮੈਂ ਪੜ੍ਹਾਈ ਵੀ ਇੱਥੇ ਕਰ ਰਿਹਾ ਔਰ ਅੱਗੇ ਵੀ ਫਿਊਚਰ 'ਚ ਵੀ ਇੱਥੇ ਹੀ ਰਹਿਣ ਦਾ ਪਲਾਨ ਹੈ, ਕਿਉਂਕਿ ਜਿਵੇਂ ਇਹਨਾਂ ਨੇ ਕਿਹਾ ਵੀ ਘਰ ਦੀ ਸਰਦਾਰੀ ਤਾਂ ਘਰੇ ਹੀ ਹੁੰਦੀ ਹੈ, ਜਿੱਥੇ ਮਰਜ਼ੀ ਚਲੇ ਜਾਓ ਸਰਦਾਰੀ ਤਾਂ ਫਿਰ ਘਰੇ ਹੀ ਹੁੰਦੀ ਹੈ। ਸੋ ਇੱਥੇ ਹੀ ਸੈਟਲ ਹੋ ਕੇ ਇੱਥੇ ਹੀ ਆਪਣੇ ਲਾਅ ਵਾਲੇ ਕਰੀਅਰ ਨੂੰ ਵੀ ਪਰਸੂ ਕਰਨਾ ਔਰ ਨਾਲ ਇਸ ਕੰਮ ਦੇ ਵਿੱਚ ਵੀ ਅਸੀਂ ਨਾਲ ਹੀ ਇਦਾਂ ਹੀ ਜੁੜੇ ਰਹਾਂਗੇ। ਔਨ ਏਅਰ ਦੀ ਟੀਮ ਵੱਲੋਂ ਤੁਹਾਨੂੰ ਬਹੁਤ ਬਹੁਤ ਸਲਾਮ ਕਹਿੰਦੇ ਔਰ ਸ਼ੁਭ ਸ਼ਾਮਾਂ ਵੀ ਦਿੰਦੇ ਆ ਕਿ ਅਸੀਂ ਇਦਾਂ ਦੇ ਹੋਰ ਬਹੁਤ ਸਾਰੇ ਟਰੱਕ ਦੇਖੀਏ ਔਰ ਤੁਹਾਡੇ ਨਾਲ ਹੋਰ ਜਿਹੜੇ ਨੌਜਵਾਨ ਆ ਉਹ ਵੀ ਇਨਕਰੇਜ ਹੋਣ। ਔਰ ਔਨ ਏਅਰ ਦੀ ਟੀਮ ਜਿਹੜੀ ਆ ਅੱਜ ਇੱਥੇ ਆਈ ਸੀ, ਇਹਨਾਂ ਦੇ ਖੇਤਾਂ ਦੇ ਵੀ ਕੁਝ ਵਿਊ ਤੁਹਾਨੂੰ ਦਿਖਾਵਾਂਗੇ ਔਰ ਇਸ ਤਰੀਕੇ ਦੇ ਹੋਰ ਜਿਹੜੇ ਈ ਰਿਕਸ਼ਾ ਔਰ ਟਰੱਕ ਜਿਹੜੇ ਹੈਗੇ ਆ ਔਰ ਇਹ ਇੱਕ ਕਹਿ ਸਕਦੇ ਆ ਚੜ੍ਹਦੀ ਕਲਾ ਦੀ ਐਗਜ਼ਾਮਪਲ ਸੈੱਟ ਕਰ ਦਿੱਤੀ ਆ। ਭਾਵੇਂ ਮੋਦੀ ਸਾਹਿਬ ਦੇ ਬਣਾਏ ਹੋਏ 3 ਲਾਜ਼ ਦੀ ਵਜ੍ਹਾ ਕਰਕੇ, ਕਿਸਾਨੀ ਮੋਰਚੇ ਦੀ ਵਜ੍ਹਾ ਕਰਕੇ ਤੇ ਭਾਵੇਂ ਲੋਕਡਾਊਨ ਦੇ ਦੌਰਾਨ ਜਿਸ ਤਰੀਕੇ ਨਾਲ ਪਿਛਲੇ ਸਾਲ ਲੋਕਾਂ ਦੀ ਹਾਲਤ ਖਰਾਬ ਹੋਈ ਔਰ ਇਸ ਵਾਰੀ ਵੀ ਜਿਹੜੀ ਆ ਹਾਲਤ ਖਰਾਬ ਕਰਨ ਦੀ ਕੋਸ਼ਿਸ਼ ਦੇ ਵਿੱਚ ਆ ਸਰਕਾਰ, ਇਹਨਾਂ ਸਾਰੀਆਂ ਚੀਜ਼ਾਂ ਦੇ ਮੂੰਹ ਦੇ ਉੱਤੇ ਚਪੇੜ ਮਾਰਦੀ ਇਹ ਦੇਸੀ ਕਿਸਾਨਾਂ ਦਾ ਜਿਹੜਾ ਵੈਜੀਟੇਬਲ ਟਰੱਕ ਆ। ਇਦਾਂ ਦੀਆਂ ਹੋਰ ਬਹੁਤ ਸਾਰੀਆਂ ਐਗਜ਼ਾਮਪਲਾਂ ਹੋਰ ਦੇਖਣ ਸੁਣਨ ਨੂੰ ਮਿਲਣ ਅਸੀਂ ਆਸ ਕਰਦੇ ਹਾਂ ਪੰਜਾਬ ਦੇ ਨੌਜਵਾਨਾਂ ਤੋਂ। ਫਿਲਹਾਲ ਦੀ ਘੜੀ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਔਨ ਏਅਰ। ਮੈਂ ਰਮਨ ਤੁਰ, ਕੈਮਰਾਮੈਨ ਯਾਦਵਿੰਦਰ ਦੇ ਨਾਲ ਪਟਿਆਲਾ ਤੋਂ।